ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ ਹੁਸ਼ਿਆਰਪੁਰ ਦੇ ਵਿੱਚ ਹੈਗੇ ਆ ਜੀ। ਇਸ ਵੇਲੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਮਹੱਲਾ ਬਹਾਦਰਪੁਰ ਮਹੱਲੇ ਦੇ ਵਿੱਚ ਇੱਕ ਬੜੇ ਹੀ ਲੰਬੇ ਸਮੇਂ ਤੋਂ ਬੜਾ ਪੁਰਾਤਨ ਡੇਰਾ ਦੱਸਿਆ ਜਾਂਦਾ ਬਾਬਾ ਚਰਨ ਸ਼ਾਹ ਮਹੰਤਾਂ ਦਾ ਡੇਰਾ ਹੈਗਾ। ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਜਾਂਦੇ ਵੀ ਹੈਗੇ ਆ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਉਹ ਡੇਰਾ ਆ ਉਹ ਬਹੁਤ ਸਾਰੇ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ। ਉਸ ਡੇਰੇ ਦੇ ਵਿੱਚ ਕੁਛ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਕਿ ਖਾਲਸਾ ਪੰਥ ਨੂੰ ਬਰਦਾਸ਼ਤ ਨਹੀਂ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹ ਵਾਜਬ ਨਹੀਂ ਹੈ। ਉਹਨਾਂ ਦੇ ਵਿੱਚੋਂ ਖਾਸ ਕਰਕੇ ਇੱਕ ਤਾਂ ਹੈ ਵੀ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉਹਦੇ ਨਾਲ ਹੀ ਇੱਕ ਮੂਰਤੀ ਸਥਾਪਿਤ ਕੀਤੀ ਹੋਈ ਹੈ। ਔਰ ਬਿਲਕੁਲ ਦੂਜੇ ਪਾਸੇ ਆ ਪਿੱਛੇ ਵਿਸਾਖੀ ਲੰਘ ਕੇ ਗਈ ਹੈ ਤੇ ਉਸ ਦਿਨ ਉੱਥੇ ਸਮਾਗਮ ਹੋਇਆ ਸੀਗਾ ਤੇ ਜਿਹੜੇ ਉੱਥੇ ਬਾਬਾ ਜੀ ਹੈਗੇ ਆ ਉਹ ਨਾਲ ਹੀ ਮੰਜਾ ਜਾ ਢਾ ਕੇ ਬੈਠੇ ਸੀ, ਪਲੰਘ ਢਾ ਕੇ ਬੈਠੇ ਹੋਏ ਆ। ਔਰ ਇਲਾਕੇ ਦੇ ਲੋਕ ਵੱਡੇ ਜਿਹੜੇ ਸਿਆਸੀ ਲੀਡਰ ਹੈਗੇ ਨੇ ਹੁਸ਼ਿਆਰਪੁਰ ਦੇ ਉਹ ਵੀ ਉੱਥੇ ਜਾਂਦੇ ਆ। ਜਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਆ ਉੱਥੇ ਉਸ ਮੂਰਤੀ ਨੂੰ ਉਸ ਬੁੱਤ ਨੂੰ ਮੱਥਾ ਟੇਕਦੇ ਆ। ਫਿਰ ਪਰਿਕਰਮਾ ਕਰਕੇ ਜਾ ਕੇ ਦੂਏ ਬੰਨੇ ਜਿਹੜੇ ਉਹ ਬਾਬਾ ਜੀ ਹੈਗੇ ਨੇ ਉੱਥੇ ਉਹਨਾਂ ਨੂੰ ਵੀ ਮੱਥਾ ਟੇਕਦੇ ਨੇ, ਕਿਉਂਕਿ ਸਿੱਖ ਰਹਿਤ ਮਰਿਆਦਾ ਔਰ ਗੁਰਮਤਿ ਦੇ ਮੁਤਾਬਕ ਇਹ ਸਾਰਾ ਕੁਝ ਮਨਮਤ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਇਲਾਵਾ ਕੁਝ ਹੋਰ ਸਿੱਖ ਜਥੇਬੰਦੀਆਂ ਦੇ ਨੋਟਿਸ ਵਿੱਚ ਜਦੋਂ ਇਹ ਸਾਰੀ ਗੱਲਬਾਤ ਆਈ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਵੀ ਕੀਮਤ 'ਤੇ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰਾਂਗੇ। ਉਸ ਤੋਂ ਬਾਅਦ ਉਹ ਵਿਰੋਧ ਕੀਤਾ ਉਹਨਾਂ ਨੇ। ਉਹ ਇੱਥੇ ਨੂੰ ਆਉਣ ਵਾਸਤੇ ਤਿਆਰ ਸੀਗੇ ਬਹਾਦਰਪੁਰ ਨੂੰ, ਰਸਤੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਔਰ ਜਿਹੜੇ ਲੋਕ ਹੁਣ ਉਸ ਤੋਂ ਬਾਅਦ ਜਿਹੜੇ ਸਿਆਸੀ ਲੀਡਰ ਤੇ ਜਿਹੜੇ ਕੁਝ ਹੋਰ ਧਾਰਮਿਕ ਆਗੂ ਉਹ ਖੜੇ ਆ ਕੇ ਉਸ ਡੇਰੇ ਦੇ ਹੱਕ ਦੇ ਵਿੱਚ ਉਹਨਾਂ ਦੇ ਬਾਬਤ ਗੱਲਬਾਤ ਕਰਾਂਗੇ, ਕੁਝ ਹੋਰ ਗੱਲਾਂ ਬਾਤਾਂ ਕਰਾਂਗੇ। ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਜਿੰਦਾ ਸ਼ਹੀਦ ਦਾ ਖਿਤਾਬ ਜਿਹਨਾਂ ਨੂੰ ਦਿੱਤਾ ਹੋਇਆ ਉਹ ਵੀ ਉਸ ਡੇਰੇ ਦੇ ਹੱਕ ਵਿੱਚ ਆ ਕੇ ਖੜੇ, ਜਿੱਥੇ ਇਹ ਮਨਮਤ ਹੁੰਦੀ ਹੈ ਉਹ ਕਿਉਂ ਖੜੇ। ਉਹਨਾਂ ਤੋਂ ਇਲਾਵਾ ਜਿਹੜੇ ਕੁਝ ਹੋਰ ਲੋਕ ਹੈਗੇ ਨੇ ਇਲਾਕੇ ਦੇ ਉਹ ਵੀ ਨਾਲ ਆ ਕੇ ਬਰਾਬਰ ਖੜ ਗਏ ਉਸ ਡੇਰੇ ਦੇ ਹੱਕ ਵਿੱਚ, ਕਿਉਂ ਖੜੇ ਨੇ। ਇਸ ਤੋਂ ਇਲਾਵਾ ਕੁਝ ਹੋਰ ਸਵਾਲ ਹੈਗੇ ਨੇ, ਸਾਰਾ ਕੁਝ ਵਿਚਾਰਾਂਗੇ। ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਸੇਵਾਦਾਰ ਸਰਦਾਰ ਨੋਬਲਜੀਤ ਸਿੰਘ ਜੀ ਹੈਗੇ ਨੇ। ਨੋਬਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੋਬਲਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਸਾਰੀ ਮੈਂ ਗੱਲ ਖੋਲ੍ਹੀ ਆ, ਤੁਹਾਡੀ ਵੀ ਜਾਣਕਾਰੀ 'ਚ ਸਾਰਾ ਮਾਮਲਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਇਹ ਇੱਕ ਖਾਸ ਡੇਰੇ ਨੂੰ ਲੈ ਕੇ ਜਿਹੜਾ ਸਤਿਕਾਰ ਸਭਾ ਵੱਲੋਂ ਮਸਲਾ ਚੱਕਿਆ ਗਿਆ ਆ, ਇਹ ਬਹੁਤ ਗੱਲ ਜਾਇਜ਼ ਆ, ਇਹ ਸਿਧਾਂਤਕ ਆ, ਕੌਮੀ ਗੱਲ ਆ ਇਹ। ਅਤੇ ਇਹ ਗੱਲ ਜਿਹੜੀ ਨਾ ਇਤਿਹਾਸ 'ਚ ਵੀ ਪਈ ਹੋਈ ਆ। ਜਦੋਂ ਦਰਬਾਰ ਸਾਹਿਬ 'ਚੋਂ ਮੂਰਤੀਆਂ ਕਿੱਦਾਂ ਉਹ ਆਈਆਂ ਅਤੇ ਫਿਰ ਕਿੱਦਾਂ ਹਟਾਈਆਂ ਗਈਆਂ, ਇਹ ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹ ਗੱਲਾਂ ਦਰਜ ਆ। ਅਤੇ ਜਿਹੜਾ ਇਹ ਹੁਣ ਵਾਕਿਆ ਹੋਇਆ, ਇਹ ਕੁਛ ਘਟਨਾਵਾਂ ਜਿਹੜੀਆਂ ਕੁਛ ਮਾਲਵੇ 'ਚ ਵੀ ਘਟਨੀਆਂ, ਉੱਥੇ ਵੀ ਸਤਿਕਾਰ ਸਭਾ ਨੇ ਜਿਹੜੀਆਂ ਕੁਛ ਕਾਰਵਾਈਆਂ ਕਰੀਆਂ। ਮੈਂ ਬਹੁਤੀਆਂ ਜਿਹੜਾ ਉਹਨਾਂ ਦੇ ਕੰਮ ਕਰਨ ਦਾ ਤਰੀਕਾ, ਮੈਂ ਉਹਨਾਂ ਦੇ ਨਾਲ ਕਈ ਵਾਰ ਆਪਾਂ ਨਹੀਂ ਵੀ ਸਹਿਮਤ ਹੁੰਦੇ, ਪਰ ਸਿਰਫ ਇੰਨੀ ਗੱਲ ਕਹਿ ਕੇ ਮਤਲਬ ਉਹਨਾਂ ਨੂੰ ਦਰਕਾਰਨਾ ਵੀ ਇਹ ਸ਼ਰਾਰਤੀ ਆ, ਹੈ ਨਾ, ਇਹ ਬਹੁਤ ਮਾੜੀ ਗੱਲ ਆ। ਉਹ ਕੋਈ ਆਪਣੀ ਨਿੱਜੀ ਲੜਾਈ ਨਹੀਂ ਲੜ ਰਹੇ। ਜੇ ਉਹਨਾਂ ਨੇ ਦਰਬਾਰ ਸਾਹਿਬ ਉੱਥੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਵੀ ਉਹਨਾਂ ਨੇ 328 ਸਰੂਪਾਂ ਦਾ ਮੋਰਚਾ ਲਾ ਕੇ ਪੁੱਛਣਾ ਚਾਹਿਆ, ਤਾਂ ਜਿੱਥੇ ਸ਼੍ਰੋਮਣੀ ਕਮੇਟੀ ਕੋਈ ਜਵਾਬ ਨਾ ਦੇ ਸਕੀ ਹਲੇ ਤੱਕ ਵੀ, ਅਤੇ ਉਹ ਕੋਈ ਉਹਨਾਂ ਦੀ ਗਲਤ ਕਾਰਵਾਈ ਨਹੀਂ ਸੀਗੀ। ਕਿਸੇ ਵੇਲੇ ਕਈ ਗੱਲਾਂ ਦੇ ਵਿੱਚ ਕੋਈ ਉਣਤਾਈਆਂ ਰਹਿ ਜਾਂਦੀਆਂ, 100 ਵਾਰ ਰਹਿ ਸਕਦੀਆਂ, ਪਰ ਕੁਝ ਡੇਰੇਦਾਰਾਂ ਵੱਲੋਂ ਉਹਨਾਂ ਦੇ ਲਈ ਗਲਤ ਸ਼ਬਦ ਵਰਤਣੇ ਇਹ ਬਹੁਤ ਨਿੰਦਣ ਵਾਲੀ ਗੱਲ ਆ। ਦੂਜੀ ਗੱਲ ਜਿਹੜੀ ਇਸ ਡੇਰੇ ਨੂੰ ਲੈ ਕੇ ਗੱਲ ਆ, ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਬਹੁਤ ਚਿਰ ਤੋਂ ਉਹ ਮੂਰਤੀ ਲੱਗੀ ਹੋਊਗੀ ਉੱਥੇ, ਆਪਾਂ ਨਹੀਂ ਕਹਿੰਦੇ ਵੀ ਨਹੀਂ ਹੋਊਗੀ ਲੱਗੀ, ਪਰ ਜੇ ਅੱਜ ਪੰਥ ਦੇ ਨਿਗਾਹ 'ਚੋਂ ਗੱਲ ਆਈ ਆ ਅਤੇ ਅੱਜ ਉੱਥੇ ਦੇ ਜਿਹੜੇ ਮਹੰਤ ਆ ਉਹਨਾਂ ਨੂੰ ਇਹ ਗੱਲ ਨੂੰ ਖਿੜੇ ਮੱਥੇ ਲੈਣਾ ਚਾਹੀਦਾ ਆ। ਇਹ ਵਿਵਾਦ ਦੇ ਵਿੱਚ ਕੋਈ ਉਲਝਣ ਦੀ ਲੋੜ ਨਹੀਂ, ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਅੱਜ ਤੱਕ ਜਿਹਨੇ ਵੀ ਪੰਥ ਦੇ ਨਾਲ, ਸਿੱਖੀ ਸਿਧਾਂਤਾਂ ਦੇ ਨਾਲ ਮੱਥਾ ਲਾਇਆ ਉਹ ਫਨਾਹ ਹੋ ਗਿਆ। ਵੱਡੀਆਂ ਜਿਹੜੀਆਂ ਆਪਣੇ ਆਪ ਨੂੰ ਕਹਾਉਣ ਵਾਲੇ ਡੇਰੇ ਸੀਗੇ, ਤੁਸੀਂ ਦੇਖਿਆ ਸੌਦੇ ਸਾਧ ਦਾ ਹੁਣ ਹਾਲ ਕੀ ਆ। ਇੱਕ ਸਮੇਂ 'ਤੇ ਉਹਦੀ ਕਿੱਡੀ ਵੱਡੀ ਸੰਤਨਤ ਸੀਗੀ। ਤੁਸੀਂ ਭਨਿਆਰੇ ਵਾਲਾ ਵੀ ਦੇਖਿਆ, ਤੁਸੀਂ ਆਸ਼ੂਤੋਸ਼ ਵੀ ਦੇਖਿਆ, ਤੁਸੀਂ ਨਿਰੰਕਾਰੀ ਵਾਲਾ ਵੀ ਦੇਖਿਆ। ਤੁਸੀਂ ਦੇਖੋ ਇਹਨਾਂ ਦਾ ਕੋਈ ਵਜੂਦ ਨਹੀਂ ਰਿਹਾ, ਕਿਉਂਕਿ ਇਹਨਾਂ ਨੇ ਗੁਰੂ ਘਰ ਦੇ ਨਾਲ, ਗੁਰੂ ਸਿਧਾਂਤਾਂ ਦੇ ਨਾਲ ਮੱਥਾ ਲਾਇਆ।
ਤੇ ਮੈਂ ਉਹਨਾਂ ਨੂੰ ਮਤਲਬ ਇਹੀ ਗੱਲ ਕਹਿਣੀ ਚਾਹੁੰਦਾ ਵੀ ਜੇ ਇਹ ਗੱਲ ਹੋਈ ਆ ਤੇ ਉਹ ਇਸ ਗੱਲ ਤੇ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਤੇ ਉੱਥੇ ਮੂਰਤੀ ਨੂੰ ਹਟਾਉਣ, ਆਪਣਾ ਪਲੰਗ ਹਟਾਉਣ ਤੇ ਉੱਥੇ ਗੁਰਮਰਿਆਦਾ ਜਿਹੜੀ ਆ ਉਹ ਬਹਾਲ ਕਰਨ। ਤੇ ਜਿਹੜੇ ਕੁਛ ਡੇਰਿਆਂ ਦੇ ਮਹਾਂਪੁਰਖ ਬਹੁਤ ਜਿਹੜੇ ਵਧੀਆ ਸੱਜਣ ਆ, ਉਹ ਵੀ ਉਹਨਾਂ ਦੇ ਹੱਕ 'ਚ ਉੱਥੇ ਆ ਖੜੇ ਹੋਏ ਆ। ਮੈਨੂੰ ਉਹ ਗੱਲ ਤੇ ਬਹੁਤ ਜ਼ਿਆਦਾ ਦੁੱਖ ਆ, ਕਿਉਂਕਿ ਬਾਬਾ ਨਿਹਾਲ ਸਿੰਘ ਹਰੀਆਂ ਬੇਲਾ ਵਾਲਿਆਂ ਦਾ ਇੱਕ ਨਾਮ ਹੈ, ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਲੋਕ ਸਤਿਕਾਰ ਕਰਦੇ ਆ ਉਹਨਾਂ ਦਾ। ਉਹ ਵੀ ਆ ਕੇ ਖੜ ਗਏ ਉਸ ਗੱਲ ਦੇ ਹੱਕ ਵਿੱਚ, ਜਿੰਦਾ ਸ਼ਹੀਦ ਦਾ ਖਿਤਾਬ ਉਹਨਾਂ ਨੂੰ ਮਿਲਿਆ ਹੋਇਆ। ਅੱਛਾ, ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜਾ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਹੋਇਆ, ਮੈਨੂੰ ਲੱਗਦਾ ਕਿ ਉਹ ਵੀ ਗੱਲ ਜਾਣਨੀ ਬਹੁਤ ਜ਼ਰੂਰੀ ਆ। ਦੇਖੋ, ਜਿਹੜੇ ਬਾਬਾ ਨਿਹਾਲ ਸਿੰਘ ਜੀ ਆ ਬੜੀ ਇੱਕ ਰਿਸਪੈਕਟਡ ਸ਼ਖਸੀਅਤ ਆ, ਕਿਉਂਕਿ ਜਦੋਂ ਸਨ 1964 ਦੇ ਵਿੱਚ ਇਹ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੱਚੇ ਪਿਤਾ ਦੀ ਚਰਨ ਛੋਹ ਪ੍ਰਾਪਤ ਆ, ਉੱਥੇ ਦੀ ਸੰਗਤ ਨੇ ਜਦੋਂ ਉੱਥੇ ਜਿਹੜਾ ਮਹੰਤ ਸੀਗਾ, ਪਹਿਲਾ ਜਿਹੜਾ ਮਹੰਤ ਸੀ ਉਹ ਲਹਿਣਾ ਸਿੰਘ ਸੀਗਾ, ਉਹ ਬੰਦੇ ਨੇ ਉਹਦਾ ਬਹੁਤ ਵਧੀਆ ਪ੍ਰਬੰਧ ਚਲਾਇਆ। ਉਹਦੇ ਬਾਰੇ ਮਤਲਬ ਕੋਈ ਐਡੀ ਗੱਲ ਨਹੀਂ ਮਿਲਦੀ ਵੀ ਉਹਨੇ ਉਸ ਸਮੇਂ ਉਹਦਾ ਪ੍ਰਬੰਧ ਗੁਰਮਤ ਦੇ ਅਨੁਸਾਰ ਚਲਾਇਆ। ਪਰ ਉਸ ਤੋਂ ਬਾਅਦ ਜਿਹੜਾ ਅੱਗੇ ਉਹਦਾ ਮੁੰਡਾ ਸੀ ਮਹੰਤ ਗੁਰਦਿਆਲ, ਉਹਦੇ ਅਕਾਲ ਚਲਾਣੇ ਤੋਂ ਬਾਅਦ ਮਤਲਬ ਉਹਦਾ ਪੁੱਤਰ ਜਿਹੜਾ ਆ ਉਹਦਾ ਉੱਤਰਾਧਿਕਾਰੀ ਬਣਿਆ ਤੇ ਉਹਨੇ ਉੱਥੇ ਜਿਹੜਾ ਗੁਰਮਤ ਦੇ ਵਿਰੁੱਧ ਬਹੁਤ ਸਾਰੇ ਕਾਰਜ ਜਿਹੜੇ ਉੱਥੇ ਕੀਤੇ, ਜਿਹੜੇ ਗੁਰਮਤ ਦੇ ਬਿਲਕੁਲ ਵਿਰੁੱਧ ਸੀ ਤੇ ਗੁਰਮਰਿਆਦਾ ਉਹ ਨਹੀਂ ਉੱਥੇ ਬਹਾਲ ਰੱਖ ਸਕਿਆ। ਤੇ ਉੱਥੇ ਦੀਆਂ ਜਿਹੜੀਆਂ ਸੰਗਤਾਂ ਸੀਗੀਆਂ ਉਹ ਇਕੱਠੀਆਂ ਹੋ ਕੇ ਜਿਹੜਾ ਇੱਥੇ ਹਰੀਆਂ ਬੇਲਾਂ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਥਾਨ ਆ, ਉੱਥੇ ਉਹ ਜਿਹੜੀਆਂ ਸੰਗਤਾਂ ਇਕੱਤਰ ਹੋ ਕੇ ਆਈਆਂ। ਇੱਥੇ ਤਰਨਾ ਦਲ ਦੇ ਜਿਹੜੇ ਮੁਖੀ ਬਾਬਾ ਹਰਭਜਨ ਸਿੰਘ ਜੀ ਜਿਹੜੇ ਸੀਗੇ, ਉਹਨਾਂ ਤੋਂ ਆਈਆਂ। ਉਹਨਾਂ ਨੂੰ ਕਿਹਾ ਵੀ ਉਹ ਮਹੰਤ ਜਿਹੜਾ ਆ ਵੀ ਉਹਨੇ ਜਿਹੜੀ ਉੱਥੇ ਗੁਰਮਰਿਆਦਾ ਆ ਉਹਨੂੰ ਬਹੁਤ ਢਾਹ ਲਾਈ ਆ, ਉੱਥੇ ਉਹ ਬਹੁਤ ਸਾਰੇ ਸਿੱਖੀ ਦੇ ਉਲਟ ਕੰਮ ਕਰ ਰਿਹਾ। ਤੇ ਬਾਬਾ ਜੀ ਨੇ ਉਹਨਾਂ ਦੀ ਸਾਰੀ ਗੱਲ ਸੁਣ ਕੇ ਤੇ ਉਹਨਾਂ ਨੇ ਸਾਰੇ ਜਥੇ ਦੇ ਨਾਲ ਉੱਥੇ 1964 ਦੀ ਜਿਹੜੀ ਇਹ ਗੱਲ ਆ ਉੱਥੇ ਜਾ ਕੇ ਉਹਨਾਂ ਨੇ ਮੋਰਚਾ ਲਾਇਆ ਤੇ ਉਸ ਮਹੰਤ ਦੇ ਖਿਲਾਫ ਪਹਿਲਾਂ ਉਹਨੂੰ ਕਿਹਾ ਵੀ ਉਹਨੂੰ ਚੇਤਾਵਨੀਆਂ ਵੀ ਦਿੱਤੀਆਂ, ਤੂੰ ਛੱਡ ਦੇ, ਇੱਥੇ ਗੁਰਮਰਿਆਦਾ ਜਿਹੜੀ ਆ ਉਹ ਬਹਾਲ ਕਰ। ਤੇ ਉਸ ਫਿਰ ਦੇਖੋ ਜਿਹੜੇ ਇਹ ਮਹੰਤ ਸੀਗੇ ਨਾ, ਇੱਕ ਚੰਗੇ ਮਹੰਤਾਂ ਦਾ ਵੀ ਇੱਕ ਇਤਿਹਾਸ ਆ, ਇੱਕ ਮਾੜੇ ਮਹੰਤਾਂ ਦਾ ਵੀ ਇਤਿਹਾਸ ਆ ਜੀ। ਕੌਮ ਹਮੇਸ਼ਾ ਹੀ ਜਿਹੜੇ ਚੰਗੇ ਮਹੰਤਾਂ ਉਹਨਾਂ ਨੂੰ ਸਿਰ ਅੱਖਾਂ ਤੇ ਬਿਠਾਉਂਦੀ ਰਹੀ ਆ, ਉਹਨਾਂ ਦਾ ਇਤਿਹਾਸ ਦੇ ਪੰਨਿਆਂ ਦੇ ਵੀ ਉੱਤੇ ਉਹਨਾਂ ਦਾ ਸੁਨਹਿਰੀ ਜ਼ਿਕਰ ਆਉਂਦਾ ਆ ਜੀ। ਪਰ ਜਿਹੜੇ ਮਾੜੇ ਮਹੰਤ ਆ ਉਹਨਾਂ ਦਾ ਵੀ ਜਿਹੜਾ ਇੱਕ ਕਾਲੇ ਪੰਨਿਆਂ ਦੇ ਉੱਤੇ ਨਾਂ ਆਉਂਦਾ। ਨਰੈਣੂ ਮਹੰਤ ਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ ਕਦੀ ਵੀ। ਇੱਦਾਂ ਹੀ ਪਾਉਂਟਾ ਸਾਹਿਬ ਤੇ ਜਿਹੜਾ ਗੁਰਦਿਆਲ ਮਹੰਤ ਸੀਗਾ ਉਹਨੂੰ ਵੀ ਨਹੀਂ ਅਸੀਂ ਭੁੱਲ ਸਕਦੇ ਕਦੀ ਵੀ। ਤੇ ਉੱਥੇ ਜਾ ਕੇ ਜਦੋਂ ਨਿਹੰਗ ਸਿੰਘਾਂ ਨੇ ਉੱਥੇ ਉਹਦੇ ਖਿਲਾਫ ਜਦੋਂ ਮੋਰਚਾ ਲਾਇਆ ਤੇ ਇਹਨਾਂ ਨੂੰ ਤੁਸੀਂ ਇਹ ਸਾਰੇ ਮਹੰਤਾਂ ਨੂੰ ਦੇਖੋ, ਇਹਨਾਂ ਨੂੰ ਸਰਕਾਰੀ ਪੁਸ਼ਤ ਪਨਾਹੀ ਬਹੁਤ ਜ਼ਿਆਦਾ ਹੁੰਦੀ ਆ, ਜਾਂ ਇਹਨਾਂ ਦਾ ਇੱਕ ਸਿਸਟਮ ਹੀ ਇੱਦਾਂ ਵੀ ਇਹ ਸਰਕਾਰੀ ਪੁਸ਼ਤ ਪਨਾਹੀ ਦੇ ਥੱਲੇ ਪਲਦੇ ਆ। ਬੇਸ਼ੱਕ ਜਦੋਂ ਨਨਕਾਣਾ ਸਾਹਿਬ ਨਰੈਣੂ ਮਹੰਤ ਦੀ ਗੱਲ ਆਈ ਤਾਂ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਉਹਨਾਂ ਨੇ ਉਹਦੀ ਪੂਰੀ ਪੁਸ਼ਤ ਪਨਾਹੀ ਕੀਤੀ ਤੇ ਸਿੱਖਾਂ ਨੂੰ ਜਿਹੜੀ ਹੈਗੀ ਆ ਉਦੋਂ ਮਤਲਬ ਆਪਣੇ ਲੱਤਾਂ ਤੇ ਉਹ ਸਾਰੀ ਲੜਾਈ ਲੜਨੀ ਪਈ ਤੇ ਇੱਦਾਂ ਹੀ ਫਿਰ ਉੱਥੇ ਜਦੋਂ ਸਾਰੀ ਉਹ ਜਿਹੜੀ ਉੱਥੇ ਦੀ ਪੁਲਿਸ ਸੀਗੀ ਹਿਮਾਚਲ ਦੀ ਉਹ ਵੀ ਉਹਨਾਂ ਦੇ ਨਾਲ ਸੀਗੀ ਤੇ ਪਰ ਸਿੰਘਾਂ ਨੇ ਉੱਥੇ ਮੋਰਚਾ ਲਾਤਾ ਤੇ ਸੰਤ ਬਾਬਾ ਨਿਹਾਲ ਸਿੰਘ ਜੀ ਉੱਥੇ ਚੌਰ ਕਰਦੇ ਸੀ। ਜਦੋਂ ਉੱਥੇ ਗੋਲੀ ਚੱਲੀ ਬਹੁਤ ਸਾਰੇ ਸਿੰਘ ਉੱਥੇ ਜਿਹੜੇ ਸ਼ਹੀਦ ਹੋਏ ਆ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜਾ ਸਿੰਘਾਂ ਦੀਆਂ ਦੇਹਾਂ ਵੀ ਉਹ ਸਾਨੂੰ ਦਿੱਤੀਆਂ ਨਹੀਂ ਗਈਆਂ ਤੇ ਬਾਬਾ ਜੀ ਦੇ ਵੀ ਉਹ ਗੋਲੀਆਂ ਵੱਜੀਆਂ ਤੇ ਕੋਈ ਗੋਲੀਆਂ ਉਹਨਾਂ ਦੇ ਅੰਦਰ ਵੀ ਰਹਿ ਗਈਆਂ ਤੇ ਮਤਲਬ ਉਹ ਵੀ ਮਤਲਬ ਕਹਿਣ ਦਾ ਭਾਵ ਵੀ ਇੱਕ ਮਰ ਕੇ ਜਿਉਣ ਵਾਲੀ ਗੱਲ ਸੀਗੀ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਿੰਦਾ ਸ਼ਹੀਦ ਆ ਉਹਨਾਂ ਨੂੰ ਖਿਤਾਬ ਮਿਲਿਆ। ਪਰ ਮੈਨੂੰ ਦੁੱਖ ਇਸ ਗੱਲ ਦਾ ਆ ਵੀ ਅੱਜ 46 ਸਾਲ ਬਾਅਦ ਜੇ 56 ਸਾਲ ਬਾਅਦ ਕਿਹੜੀ ਐਸੀ ਗੱਲ ਬਦਲ ਗਈ, ਕਿਉਂਕਿ ਜਿਸ ਡੇਰੇ ਦੀ ਅਸੀਂ ਗੱਲ ਕਰਦੇ ਹਾਂ
ਜੀ ਇਹ ਡੇਰੇ ਦੇ ਵਿੱਚ ਮਰਿਆਦਾ ਭੰਗ ਹੋਈ ਆ। ਇੱਥੇ ਵਿਸਾਖੀ ਦੇ ਇੱਥੇ ਮਤਲਬ ਖਾੜੇ ਵੀ ਲਵਾਏ ਜਾਂਦੇ ਆ, ਗਾਣੇ ਵੀ ਗਵਾਏ ਜਾਂਦੇ ਆ। ਬਾਬਾ ਆਪਣੇ ਆਪ ਨੂੰ ਵੀ ਜਿਹੜੇ ਹੈਗੇ ਉਹ ਆਪਣੇ ਆਪ ਨੂੰ ਇੱਕ ਰੱਬ ਮੰਨ ਕੇ ਲੋਕਾਂ ਨੂੰ ਆਪਣੇ ਆਪ ਨੂੰ ਪੁਜਾਉਂਦੇ ਆ, ਪੂਜਦੇ ਆ, ਉਹਨਾਂ ਨੂੰ ਮੱਥੇ ਟਿਕਾਉਂਦੇ ਆ ਜਾਂ ਕਿੱਦਾਂ ਵੀ ਕਹਿ ਲਓ, ਹੈ ਨਾ। ਅਤੇ ਇਹ ਗੱਲ ਮਾੜੀ ਆ ਅਤੇ ਇਹਨਾਂ ਦਾ ਉਹਨਾਂ ਦੇ ਹੱਕ 'ਚ ਆਉਣਾ ਸਾਡੇ ਲਈ ਬਹੁਤ ਦੁਖਦਾਈ ਆ। ਹੋਰ ਵੀ ਬਹੁਤ ਬਾਬਾ ਸੇਵਾ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਦਾ ਆ ਜਾਣਾ, ਸਰਬਜੋਤ ਸਿੰਘ ਬੇਦੀ ਹੁਣਾਂ ਦਾ ਆ ਜਾਣਾ। ਦੇਖੋ ਇਹ ਸ਼ਖਸੀਅਤਾਂ ਜੇ ਸ਼ਖਸੀਅਤਾਂ ਆ ਨਾ ਪੰਥ ਦੇ ਵਿੱਚ, ਇਹ ਸਿੱਖੀ ਕਰਕੇ ਆ, ਸਿੱਖੀ ਸਿਧਾਂਤਾਂ ਕਰਕੇ ਆ। ਜੇ ਇਹ ਸ਼ਖਸੀਅਤਾਂ ਉੱਥੇ ਭੁਗਤਣਗੀਆਂ ਜਿਹੜੇ ਸਿੱਖੀ ਦੇ ਵਿਰੁੱਧ ਆ, ਤੇ ਕੌਮ ਇਹਨਾਂ ਨੂੰ ਵੀ ਦਰਕਨਾਰ ਕਰ ਦੂਗੀ। ਬਹੁਤ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਸੀਗੇ, ਕੌਮ ਦੇ ਪੂਰੇ ਠੇਕੇਦਾਰ ਬਣੇ ਹੋਏ ਸੀਗੇ, ਉਹਨਾਂ ਨੂੰ ਕੌਮ ਨੇ ਮਿੱਟੀ ਕਰਤਾ। ਅੱਛਾ, ਇੱਦਾਂ ਮੈਂ ਹੁਣ ਦੇਖਦਾ ਕਿ ਪਿਛਲੇ ਸਮੇਂ ਤੋਂ ਲੈ ਕੇ ਆ ਜਦੋਂ ਦੇ ਖਾਸ ਕਰਕੇ ਚੋਣਾਂ ਦੇ ਨਤੀਜੇ ਆਏ ਨੇ ਪੰਜਾਬ ਦੇ ਵਿੱਚ ਤੇ ਸਰਕਾਰਾਂ ਬਦਲ ਗਈਆਂ ਜੀ। ਤੁਸੀਂ ਦੇਖੋ ਅਕਾਲੀ ਦਲ ਨੇ ਕਿੰਨੀ ਵਾਰੀ ਸਰਕਾਰ ਬਣਾਈ ਆ ਪੰਜਾਬ ਦੇ ਵਿੱਚ, ਹੁਣ ਐਨ ਖੁੰਝੇ ਲਾਤੇ, 3 ਸੀਟਾਂ ਤੇ ਸਿਮਟ ਕੇ ਰਹਿ ਗਏ। ਤੇ ਉਦੋਂ ਬਾਅਦ ਹੁਣ ਮੈਂ ਵੇਖਦਾ ਕਿ ਉਹਨਾਂ ਨੂੰ ਪੰਥਕ ਮਸਲੇ ਵੀ ਚੇਤੇ ਆਉਂਦੇ ਆ, ਬੰਦੀ ਸਿੰਘਾਂ ਦੀ ਰਿਹਾਈ ਵੀ ਚੇਤੇ ਆ ਰਹੀ ਆ। ਮੈਂ ਕੱਲ੍ਹ ਵੀ ਵੇਖ ਰਿਹਾ ਸੀਗਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁਰਾਣੇ ਫੈਡਰੇਸ਼ਨ ਵਾਲੇ ਗਰੇਵਾਲ ਹੁਣਾਂ ਨੇ ਵੀ ਮਾਰਚ ਕੱਢਿਆ ਹੈਗਾ, ਚੰਗੀ ਗੱਲ ਆ ਚਲੋ ਮੈਨੂੰ ਲੱਗਦਾ। ਪਰ ਮੈਂ ਵੇਖਦਾ ਕਿ ਇੱਥੇ ਹੁਸ਼ਿਆਰਪੁਰ ਸ਼ਹਿਰ ਦੇ ਜਿਹੜੇ ਅਕਾਲੀ ਆਗੂ ਆਪਣੇ ਆਪ ਨੂੰ ਅਖਵਾਉਂਦੇ ਹੈਗੇ ਆ, ਅਖਵਾਉਂਦੇ ਕਾਹਨੂੰ ਹੈਗੇ ਹੀ ਆ, ਅਕਾਲੀ ਆਗੂ ਰਹੇ ਨੇ, ਉਹ ਵੀ ਆ ਕੇ ਨਾਲ ਖੜਿਆ ਡੇਰੇ ਦੇ। ਔਰ ਕੀ ਲੱਗਦਾ ਤੁਹਾਨੂੰ ਕਿ ਇੰਨੀ ਭੈੜੀ ਹਾਰ ਹੋ ਗਈ ਆ, ਸਿੱਖਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈਗਾ, ਉਹਦੇ ਬਾਵਜੂਦ ਵੀ ਸਿੱਖਾਂ ਦੇ ਖਾਤੇ ਵਿੱਚ ਨਾ ਭੁਗਤ ਕੇ ਪੰਥ ਵਿਰੋਧੀ ਤਾਕਤਾਂ ਦੇ ਹੱਕ ਵਿੱਚ ਖੜਦੇ ਆ ਕੇ। ਮੈਂ ਭੁੱਲੇ ਵਾਲਾ ਰਾਠਾਂ ਜੀ ਦੀ ਗੱਲ ਕਰ ਰਿਹਾ। ਦੇਖੋ ਸਾਨੂੰ ਨਾ ਬਾਦਲ ਪੋਲਿਟਿਕਸ ਨੂੰ ਸਮਝਣਾ ਪਊਗਾ ਇਹ ਸਾਰੀ ਗੱਲ ਨੂੰ ਦੇਖਣ ਦੇ ਲਈ। ਜੀ ਆਪਾਂ 2 ਮਿੰਟ 'ਚ ਹੀ ਇਹ ਸਾਰੀ ਗੱਲ ਕਰ ਲੈਂਦੇ ਆ ਕਿਉਂਕਿ ਸਮਾਂ ਵੀ ਥੋੜ੍ਹਾ ਆਪਣੇ ਤੋਂ। ਜੀ ਦੇਖੋ ਬਾਦਲਾਂ ਦੀ ਜਿਹੜੀ ਪੋਲਿਟਿਕਸ ਆ ਨਾ ਉਹ ਕਿੱਦਾਂ ਦੀ ਰਹੀ ਆ। ਜੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਨਿੱਜ ਸਵਾਰਥਾਂ ਲਈ ਵਰਤਿਆ। ਜੀ ਆਪਣੀ ਪੰਜਾਬ ਦੇ ਵਿੱਚ ਸੱਤਾ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੇ ਰੱਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਜਿਹੜੇ ਥੱਲੇ ਜਿੰਨੇ SGPC ਮੈਂਬਰ ਸੀ ਉਹਨਾਂ ਨੂੰ ਵਰਤਿਆ। ਜੀ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਜਿੰਨੇ ਇੱਥੇ ਡੇਰੇ ਆ ਜੀ ਜੀ ਉਹਨਾਂ ਦੇ ਉੱਤੇ ਉਹਨੇ ਇੱਕ ਬਹੁਤ ਤਰੀਕੇ ਨਾਲ ਗ੍ਰਿਪਿੰਗ ਕੀਤੀ ਹੋਈ ਸੀ ਕਿਉਂਕਿ ਹਰ ਡੇਰੇ ਦੇ ਵਿੱਚ ਵਿਵਾਦ ਆ। ਜੀ ਬਹੁਤ ਮਤਲਬ ਜੇ ਮੈਂ ਕਹਿ ਦੇਵਾਂ ਵੀ ਬਹੁਤ ਸਾਰੇ ਡੇਰਿਆਂ ਦੇ ਵਿੱਚ ਵਾਦ ਵਿਵਾਦ ਚੱਲਣ ਡੇ, ਆਪਸੀ ਲੜਾਈਆਂ ਚੱਲਣ ਡਈਆਂ ਤੇ ਥੋੜ੍ਹੇ ਡੇਰੇ ਹੀ ਆ ਜਿਹੜੇ ਇਹਨਾਂ ਲੜਾਈਆਂ ਤੋਂ ਮੁਕਤ ਆ ਜਾਂ ਜਿੱਥੇ ਕੋਈ ਐਸਾ ਰੌਲਾ ਨਹੀਂ ਹੈਗਾ। ਉਹਨਾਂ ਦੇ ਮਤਲਬ ਉਹਨਾਂ ਦਾ ਮੁਖੀ ਬਣਨ ਦਾ ਜਾਂ ਉੱਥੇ ਮੁੱਖ ਪ੍ਰਬੰਧਕ ਬਣਨ ਦਾ ਕੋਈ ਰੌਲਾ ਨਹੀਂ ਹੈਗਾ, ਬਹੁਤ ਘੱਟ ਆ। ਪਰ ਜ਼ਿਆਦਾਤਰ ਡੇਰਿਆਂ ਦੇ ਵਿੱਚ ਜਿਹੜਾ ਹੈਗਾ ਆ ਉਹ ਉਹਨਾਂ ਦੇ ਇੰਟਰਨਲ ਜਿਹੜੇ ਮਸਲੇ ਆ ਸਾਰੇ। ਤੇ ਇੱਕ ਡੇਰੇ ਇਹ ਆ, ਇਹ ਮਹੰਤਾਂ ਵਾਲੇ ਜਿਹੜੇ ਡੇਰੇ ਆ ਜਾਂ ਜਿਹੜੇ ਪੁਰਾਤਨ ਆ, ਇੱਕ ਡੇਰੇ ਉਹ ਆ ਜਿਹੜੇ ਸ਼ਖਸੀਅਤੀ ਡੇਰੇ ਆ, ਜਿਹੜੇ ਮਤਲਬ ਨਵੇਂ ਜਿਹੜੇ ਸ਼ਖਸੀਅਤਾਂ ਦੇ ਆਧਾਰ ਦੇ ਉੱਤੇ ਹੁਣ ਦੇ ਸਮੇਂ ਹੀ ਬਣੇ ਆ, ਪਿਛਲੇ 50-100 ਸਾਲ ਦੇ ਵਿੱਚ ਹੀ ਬਣੇ ਆ। ਇਹਨਾਂ ਦੋਨਾਂ ਦਾ ਜਿਹੜਾ ਪੈਟਰਨ ਆ ਬਿਲਕੁਲ ਅਲੱਗ-ਅਲੱਗ ਤਰੀਕੇ ਦੇ ਆ। ਜਿਹੜੇ ਹੁਣ ਦੇ ਸਮੇਂ 'ਚ ਬਣੇ ਆ ਡੇਰੇ ਉਹਨਾਂ 'ਤੇ ਥੋੜ੍ਹਾ ਜਿਹਾ ਵਾਦ ਵਿਵਾਦ ਜ਼ਿਆਦਾ ਆ, ਉੱਥੇ ਭਰਾ ਮਾਰੀ ਜੰਗ ਭਾਰੀ ਆ। ਉਹਦਾ ਫਾਇਦਾ ਬਿਲਕੁਲ ਸੁਖਬੀਰ ਬਾਦਲ ਨੇ ਬਹੁਤ ਮਤਲਬ ਅੰਦਰ ਜਾ ਕੇ ਲਿਆ ਉਹਦਾ ਫਾਇਦਾ ਕਿ ਜਿੱਥੇ ਵੀ ਕੋਈ ਮਸਲਾ ਖੜਨਾ ਉਹਨੇ ਇੱਕ ਧਿਰ ਨੂੰ ਆਪਣੇ ਨਾਲ ਲਾ ਲੈਣਾ, ਦੂਜੀ ਧਿਰ ਨੂੰ ਉੱਥੇ ਗਾਰਦ ਬਿਠਾ ਕੇ ਉਹਨੂੰ ਸਨੱਬ ਕਰ ਦੇਣਾ। ਇੱਦਾਂ ਬਹੁਤ ਸਾਰੇ ਡੇਰਿਆਂ 'ਚ ਇਹ ਗੱਲਾਂ ਹੋਈਆਂ ਤੇ ਉਹਨਾਂ ਦਾ ਫਿਰ ਫਾਇਦਾ ਜਿੱਥੇ ਉਹਨਾਂ ਡੇਰਿਆਂ ਨੇ ਉਹ ਲੋਕਾਂ ਨੇ ਫਾਇਦਾ ਅਕਾਲੀ ਦਲ ਨੂੰ ਦਿੱਤਾ, ਉੱਥੇ ਉਹਨਾਂ ਨੇ ਆਪ ਵੀ ਅਕਾਲੀ ਦਲ ਤੋਂ ਫਾਇਦਾ ਲਿਆ। ਉਹਨਾਂ ਨੇ ਜਿਹੜੀ ਗੁਰਮਤ ਦੇ ਵਿਰੁੱਧ ਜਿਹੜੇ ਉਹ ਕੰਮ ਕਰਦੇ ਸੀ ਉਹਨਾਂ ਨੇ ਹੋਰ ਨਿੱਘੇ ਚਿੱਟੇ ਹੋ ਕੇ ਕੀਤੇ ਕਿਉਂਕਿ ਉਹਨਾਂ ਦਾ ਡਰ ਮੁੱਕ ਗਿਆ। ਪਰ ਹੁਣ ਤਾਂ ਅਕਾਲੀ ਦਲ ਇੱਥੇ ਖੁੰਝੇ ਲੱਗਾ ਹੋਇਆ, ਉਹਦੇ ਬਾਵਜੂਦ ਵੀ ਭੁੱਲੇ ਵਾਲਾ ਰਾਠਾਂ ਵਰਗੇ ਜਦੋਂ ਨਾਲ ਖੜਦੇ ਆ। ਇੱਕ ਹੋਰ ਗੱਲ ਮੈਂ ਵੇਖਦਾ ਹੈਗਾ ਕਿ ਜਦੋਂ ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ, ਇੱਕ ਮੈਂ ਹੋਰ ਦੇਖਦਾ ਵੀ ਜਦੋਂ ਕਿਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਆ ਜਾਂ 328 ਸਰੂਪ ਕਿੱਥੇ ਗਏ ਹੈਗੇ ਆ, ਉਹ ਸਵਾਲ ਆ। ਬਰਗਾੜੀ ਮੋਰਚਾ ਲੱਗਾ ਹੋਇਆ, 2 ਸਿੰਘ ਸ਼ਹੀਦ ਹੋ ਜਾਂਦੇ ਹੈਗੇ ਆ, ਜਾਂ ਹੋਰ ਬਹੁਤ ਕੁਛ ਇੱਦਾਂ ਦਾ ਹੈਗਾ, ਸੌਦਾ ਸਾਧ ਲਾ ਲਓ, ਜਾਂ ਹੋਰ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ, ਬੰਦੀ ਸਿੰਘਾਂ ਦੀ ਰਿਹਾਈ ਹੈ,
ਹੋਰ ਬਹੁਤ ਕੁਝ ਇਦਾਂ ਦਾ ਹੈਗਾ। ਮੈਨੂੰ ਲੱਗਦਾ ਕਿ ਇੱਕ ਇੱਕ ਗੱਲ ਚੇਤੇ ਆਈ ਜਾਣੀ ਆ, ਟਾਈਮ ਲੰਬਾ ਹੋਈ ਜਾਣਾ। ਪੰਥਕ ਮਸਲਿਆਂ ਦੇ ਉੱਪਰ ਉਸ ਵੇਲੇ ਇਹ ਲੋਕ ਉੱਥੇ ਖੜੇ ਨਹੀਂ ਦੀਦੇ ਹੈਗੇ, ਪਰ ਹੁਣ ਜਦੋਂ ਇੱਕ ਡੇਰੇ ਵਿੱਚ ਆ ਮਨਮਤ ਹੋ ਰਹੀ ਆ, ਜੇ ਉੱਥੇ ਕੋਈ ਆ ਕੇ ਕਹਿੰਦਾ ਕਿ ਨਹੀਂ ਆਪਾਂ ਇਹ ਨਹੀਂ ਹੋਣ ਦੇਣੀ, ਆਪਾਂ ਇਹਨੂੰ ਰੋਕਣਾ ਚਾਹੁੰਦੇ ਆ ਜਾਂ ਆਪਾਂ ਇਹ, ਉਸ ਵੇਲੇ ਸਾਰੇ ਇਕੱਠੇ ਹੋ ਕੇ ਉਹਦੇ ਨਾਲ ਖੜ ਜਾਂਦੇ ਆ ਕੇ। ਇਹਨੂੰ ਕਿੱਦਾਂ ਦੇਖਦੇ ਆ? ਮੈਂ ਉਹੀ ਗੱਲ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਸੁਖਬੀਰ ਬਾਦਲ ਦੀ ਜਾਂ ਇਹ ਬਾਦਲਾਂ ਦੀ ਪ੍ਰੈਕਟਿਸ ਸੀ ਨਾ, ਇਸ ਪ੍ਰੈਕਟਿਸ ਦੇ ਵਿੱਚੋਂ ਭੁੱਲੇਵਾਲ ਰਾਠਾ ਨਿਕਲਿਆ ਆ, ਜਿਹੜਾ ਇੱਥੇ ਦੇ ਅਕਾਲੀ ਦਲ ਦਾ ਪ੍ਰਧਾਨ ਆ, ਜਿਹਨੂੰ ਇਸ ਗੱਲ ਦੀ ਭੋਰਾ ਵੀ ਇਸ ਗੱਲ ਦੀ ਸ਼ਰਮ ਨਹੀਂ ਆਈ ਵੀ ਉਹ ਕਿਹੜੀ ਜਗ੍ਹਾ ਦੇ ਉੱਤੇ ਉਹ ਜਾ ਕੇ ਕਿਹੜੀ ਗੱਲ ਨੂੰ ਉਹ ਸਟੈਂਡ ਕਰ ਰਿਹਾ, ਕਿਹੜੀ ਗੱਲ ਤੇ ਉਹ ਸਟੈਂਡ ਕਰ ਰਿਹਾ। ਗੱਲ ਤਾਂ ਇਹ ਸੀ ਵੀ ਇੱਥੇ ਦੇ ਅਕਾਲੀ ਦਲ ਦਾ ਪ੍ਰਧਾਨ ਹੋਵੇ, ਇਹ ਮਤਲਬ ਹੁਸ਼ਿਆਰਪੁਰ ਜ਼ਿਲ੍ਹੇ ਦਾ, ਤੇ ਇੱਥੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ, ਉਹ ਦਬਕਾ ਮਾਰਦੇ। ਕਿਉਂਕਿ ਕੱਲੀ ਜਿਹੜੀ ਇਹ ਮੂਰਤੀ ਵਾਲੀ ਗੱਲ ਹੈ ਜਿਹੜੀ ਛਿੜੀ ਆ, ਉਹਦਾ ਕੇਂਦਰ ਸਥਾਨ ਭਲਾ ਇਹ ਬਾਬਾ ਚਰਨ ਸ਼ਾਹ ਦਾ ਡੇਰਾ 'ਚ ਲੱਗੀ ਮੂਰਤੀ ਬਣੀ ਆ, ਪਰ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਇਹ ਬੜੀ ਵੱਡੀ ਜਿਹੜੀ ਆ ਇਹ ਗੁਰਮਰਿਆਦਾ ਦੇ ਵਿੱਚ ਕੁਤਾਹੀ ਹੋ ਰਹੀ ਆ, ਜਾਂ ਗੁਰਮਤ ਮਰਿਆਦਾ ਦੇ ਵਿਰੁੱਧ ਕੰਮ ਹੋ ਰਿਹਾ। ਭਲਾ ਉਹ ਅਚੇਤ ਮਨ ਨਾਲ ਹੋ ਰਿਹਾ, ਭਲਾ ਉਹ ਸੁਚੇਤ ਹੋ ਕੇ ਹੋ ਰਿਹਾ। ਹੁਣ ਤੁਸੀਂ ਦੇਖੋ ਵੀ ਸੂਸਾਂ ਡੇਰਾ ਪੈਂਦਾ, ਬੜਾ ਵੱਡਾ ਡੇਰਾ ਸੂਸਾਂ, ਉੱਥੇ ਮੂਰਤੀ ਲੱਗੀ ਆ ਬਾਬਾ ਹਨਾ ਬਾਬਾ ਜਵਾਹਰ ਦਾਸ ਜੀ ਦੀ। ਹੁਣ ਉਹ ਮੂਰਤੀ ਉੱਥੇ ਕਿੱਦਾਂ ਆਈ? ਜੇ ਇਹਨਾਂ ਕੋਲ 3-4 ਸਾਲ ਤੋਂ ਉੱਥੇ ਦਾ ਪ੍ਰਬੰਧ ਆ ਗਿਆ ਸੀਗਾ, ਦਮਦਮੀ ਟਕਸਾਲ ਕੋਲ ਪ੍ਰਬੰਧ ਹੋਵੇ ਤੇ ਲੱਗੀ ਮੂਰਤੀ ਹੋਵੇ ਉੱਥੇ, ਠੀਕ ਹੈ ਨਾ, ਤੇ ਫਿਰ ਮਤਲਬ ਉਹ ਗੱਲ ਕਿੱਥੇ ਜਾਂਦੀ? ਕਿਉਂ ਨਹੀਂ ਉਹਨਾਂ ਨੇ ਉਹਨੂੰ ਕੀਤਾ? ਕੀ ਮੰਨਿਆ ਜਾਵੇ ਫਿਰ? ਉਹ ਕਿਉਂ ਇਦਾਂ ਹੈਗਾ? ਉਹ ਮੈਂ ਤਾਂ ਇਹੀ ਮੰਨਦਾ ਵੀ ਉਹਨਾਂ ਨੂੰ ਗੁਰਮਰਿਆਦਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਇਹ ਬਹਾਲ ਕਰਨੀ ਆ। ਉਹਨਾਂ ਨੂੰ ਇਹ ਮਤਲਬ ਬਹੁਤੀਆਂ ਜਾਂ ਡੇਰਿਆਂ ਜਾਂ ਬਹੁਤੀਆਂ ਸੰਸਥਾਵਾਂ ਦਾ ਕੰਮ ਇਦਾਂ ਹੀ ਹੋ ਗਿਆ ਵੀ ਬਸ ਚੜਾਵਾ ਚੜ੍ਹਨਾ ਚਾਹੀਦਾ, ਲੋਕਾਂ ਦੀ ਆਸ ਤਾਂ। ਹੁਣ ਇੱਥੇ ਸਾਡੇ ਭੇਖੋਵਾਲ ਡੇਰਾ ਆ, ਉੱਥੇ ਹੁਣ ਸਾਰਿਆਂ ਦੀਆਂ ਲਾਈਆਂ ਹੋਈਆਂ ਆ ਅੰਦਰ ਵੀ ਕੋਈ ਆ ਜਾਵੇ, ਉਹ ਮਤਲਬ ਸਾਰੇ ਤਰ੍ਹਾਂ ਦੇ ਮਤਲਬ ਧਰਮਾਂ ਦੀਆਂ ਉੱਥੇ ਮੂਰਤੀਆਂ ਲਾਈਆਂ ਹੋਈਆਂ ਆ। ਇੱਦਾਂ ਹੀ ਇੱਕ ਤੁਸੀਂ ਦੇਖੋ ਵੀ ਇੱਕ ਹੁਣੀ ਥੋੜੇ ਚਿਰ ਦੀ ਗੱਲ ਆ, ਪਿੰਡ ਬੈਂਸਤਾਨੀ ਦੀ ਘਟਨਾ ਆ, ਉੱਥੇ ਜਿਸ ਬਾਬੇ ਦੀ ਮੂਰਤੀ ਲਾਈ ਉਹਨਾਂ ਨੇ, ਉਹ ਬਾਬਾ ਪਿੰਡ 'ਚ ਜਿਹੜਾ ਲੋਕਾਂ ਨਾਲ ਬਹਿ ਕੇ ਸ਼ਰਾਬ ਪੀਂਦਾ ਰਿਹਾ ਉਹ ਜੀਂਦੇ ਆ ਹੁਣ ਦੀਆਂ ਗੱਲਾਂ। ਉਹ ਮਤਲਬ ਹੋਰ ਕਈ ਕੁਕਰਮ ਕਰਦੇ ਰਹੇ, ਠੀਕ ਹੈ ਨਾ ਉਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਸੀ ਉਸ ਤਰੀਕੇ ਦਾ। ਉਹਦੀ ਮੂਰਤੀ ਤੁਸੀਂ ਗੁਰੂ ਘਰ ਦੇ ਵਿੱਚ ਲਾ ਦੋ, ਗੁਰੂ ਘਰ ਦੀ ਜਗ੍ਹਾ 'ਚ ਲਾ ਦੋ, ਉਹ ਕਿੱਦਾਂ ਪ੍ਰਮਾਣ ਕੀਤਾ ਜਾ ਸਕਦਾ? ਤੇ ਆਮ ਸਿੱਖ ਜਿਹੜੇ ਆ ਉਹ ਇਤਰਾਜ਼ ਕਰਨ, ਤੇ ਜੇ ਕੌਮ ਦੀ ਜਿਹੜੀਆਂ ਅਹਿਮ ਜਗ੍ਹਾ ਆ ਉਹ ਗੱਲ ਨਾ ਕਰਨ, ਜਾਓ ਉਹਨਾਂ ਦੀ ਪਿੱਠ ਤੇ ਆ ਜਾਣ, ਤੇ ਗੱਲ ਗਈ ਜਾਣ ਕਿੱਧਰ ਨੂੰ ਡਈ ਆ। ਇਹ ਅਕਾਲੀ ਦਲ ਦਾ ਵਰਤਾਰਾ, ਇਹ ਭੁੱਲੇਵਾਲ ਰਾਠਾ ਹੋਇਆ, ਭਲਾ ਇੱਥੇ ਦਾ ਹਰਜਿੰਦਰ ਸਿੰਘ ਧਾਮੀ ਹੋਇਆ, ਇਹ ਉਸ ਮੂਰਤੀ ਦੀ ਹਾਜ਼ਰੀ 'ਚ ਖੜ ਕੇ ਪਤਾ ਨਹੀਂ ਕਿੰਨੇ ਸਾਲ ਲੈਕਚਰ ਕਰਦੇ ਰਹੇ ਆ। ਇਹ ਕਿੱਦਾਂ ਉਹਨਾਂ ਦੇ ਖਿਲਾਫ ਖੜ ਸਕਦੇ ਆ? ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣਾ ਪਊਗਾ। ਗੁਰਮਤ ਦੀ ਬਹਾਲੀ ਦੇ ਲਈ ਇਹਨਾਂ ਸਾਰਿਆਂ ਨੂੰ ਅਸੀਂ ਮਤਲਬ ਬੇਨਤੀ ਵੀ ਕਰਦੇ ਹਾਂ ਵੀ ਗੁਰਮਰਿਆਦਾ ਨੂੰ ਮੰਨੋ, ਉਹਦੇ ਤੇ ਪੈਰਾ ਦਈਏ। ਜੇ ਪਿਛਲੇ ਸਮੇਂ ਦੇ ਵਿੱਚ ਕੋਈ ਭੁੱਲਾਂ ਹੋਈਆਂ ਆ, ਇਹ ਗਲਤੀਆਂ ਚੱਲਦੀਆਂ ਆ ਰਹੀਆਂ, ਇਹਨਾਂ ਨੂੰ ਅਸੀਂ ਖਤਮ ਕਰੀਏ, ਅਸੀਂ ਇਕਮੁੱਠ ਹੋਈਏ, ਤਾਂ ਹੀ ਸਿੱਖੀ, ਜੇ ਸਿੱਖੀ ਬਚੂਗੀ ਤਾਂ ਡੇਰੇ ਬਚਣਗੇ, ਜੇ ਸਿੱਖੀ ਨਾ ਬਚੀ ਨਾ ਡੇਰੇ ਬਚਣਗੇ, ਨਾ ਪੰਜਾਬ ਬਚੂਗਾ, ਨਾ ਇੱਥੇ ਦੀ ਪਨੀਰੀ ਬਚੂਗੀ, ਤੇ ਪੰਜਾਬ ਤਾਂ ਹੋ ਜਾਊਗਾ ਤਬਾਹ। ਅਸੀਂ ਤਾਂ ਪਹਿਲਾਂ ਹੀ ਤਬਾਹੀ ਦੇ ਮੁੱਢ ਤੇ ਖੜੇ ਆ। ਵਾਕਈ ਬਹੁਤ ਕੁਛ ਦਾ। ਇੱਕ ਹੋਰ ਮੈਂ ਵੇਖਦਾ, ਮੈਂ ਸੁਣਦਾ ਉਹਨਾਂ ਦੀ ਗੱਲ, ਜਦੋਂ ਉਹਨਾਂ ਦਾ ਪੱਖ ਸੁਣਦੇ ਆ, ਉਹਨਾਂ ਵਿੱਚੋਂ ਕਈ ਸੱਜਣ ਇਹ ਗੱਲ ਕਹਿੰਦੇ, ਹੁਣ ਜਿਹੜੇ ਪਿੱਠ ਤੇ ਆ ਕੇ ਖੜੇ ਸੀਗੇ, ਮੇਰੇ ਉਹਨਾਂ ਵਿੱਚੋਂ 1-2 ਜਣਿਆਂ ਨਾਲ ਫੋਨ ਤੇ ਗੱਲ ਵੀ ਹੋਈ ਆ, ਤੇ ਉਹ ਇਹ ਗੱਲ ਕਹਿੰਦੇ ਆ, ਕਹਿੰਦੇ ਵੀ ਨਹੀਂ ਕੋਈ ਏਡੀ ਗੱਲ ਨਹੀਂ ਹੈਗੀ, ਇਹ ਪੁਰਾਤਨ ਡੇਰਾ ਹੈਗਾ ਜਿਹਦਾ ਪਹਿਲਾਂ ਤੋਂ ਇਦਾਂ ਚੱਲਿਆ ਆ ਰਿਹਾ ਹੈਗਾ, ਸੋ ਇਹ ਹੁਣ ਨਵੇਂ ਜਿਹੜੇ ਮੁੰਡੇ ਆ ਕੇ ਕਹਿੰਦੇ ਵਿਰੋਧ ਕਰਦੇ ਆ, ਇਹ ਵਾਜਬ ਨਹੀਂ ਹੈਗਾ, ਪਹਿਲਾਂ ਤੋਂ ਚੱਲਿਆ ਆ ਰਿਹਾ ਪੁਰਾਤਨ। ਨਹੀਂ, ਇਹ ਮਤਲਬ ਪਹਿਲਾਂ ਤੋਂ ਚੱਲਣ ਦੀ ਕੀ ਗੱਲ ਆ? ਇਹ 'ਚ ਤਾਂ ਮਤਲਬ ਕੋਈ ਗੱਲ ਹੀ ਨਹੀਂ ਹੈਗੀ ਵੀ ਦੇਖੋ ਨਰੈਣੂ ਮਹੰਤ ਜੇ ਉੱਥੇ 40 ਸਾਲ ਬਹਿੰਦਾ ਰਹੇ, ਉਹ ਕਵੇ ਇਹ 35 ਸਾਲ ਤੋਂ ਪਹਿਲਾਂ ਤੋਂ ਚੱਲਿਆ ਆ ਰਿਹਾ। ਜਿਹੜੀ ਬਾਣੀ ਆ ਉਹ ਨਵੀਂ ਨਰੋਈ ਆ, ਉਹ ਸੇਧ ਦਿੰਦੀ ਆ, ਉਹ ਸੂਰਜ ਵਾਂਗੂ ਪ੍ਰਕਾਸ਼ਮਾਨ ਆ, ਠੀਕ ਹੈ ਨਾ। ਤੁਸੀਂ ਇੱਕ ਪਾਸੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕੀਤਾ ਹੋਇਆ, ਜਾਂ ਤਾਂ ਤੁਸੀਂ ਇੱਕ ਕੰਮ ਕਰ ਲਓ, ਠੀਕ ਹੈ ਨਾ,
ਇਹਦਾ ਜੇ ਤੁਹਾਨੂੰ ਐ ਲੱਗਦਾ ਵੀ ਨਹੀਂ ਇਹ ਤਾਂ ਇਹ ਤੋਂ ਬਿਨਾ ਹੱਲ ਹੀ ਨਹੀਂ ਹੈ ਕੋਈ ਵੀ, ਹਨਾ। ਮੰਨ ਲਓ ਬਾਬਾ ਸ਼੍ਰੀ ਚੰਦ ਦੀ ਮੂਰਤੀ ਲਗਾਈ ਹੋਈ ਹੈ, ਹਨਾ। ਜੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਉਹ ਸਿੱਖੀ ਦੇ ਅਨੁਸਾਰ ਸਿੱਖੀ ਦੇ ਉਹ ਮੋਹਰੀ ਬਣ ਸਕਦੇ ਹੁੰਦੇ ਤੇ ਫਿਰ ਉਹ ਨਾ ਉਹਨਾਂ ਨੂੰ ਨਾ ਗੁਰਗੱਦੀ ਮਿਲਦੀ। ਉਹਨਾਂ ਦਾ ਇੱਕ ਰਾਹ ਇੱਕ ਅਲੱਗ ਤਰੀਕੇ ਦਾ ਸੀਗਾ। ਮੈਨੂੰ ਲੱਗਦਾ ਕਿ ਗੁਰਬਾਣੀ ਦੇ ਮੁਤਾਬਕ ਵੀ ਬੁੱਤ ਪੂਜਾ ਦੀ ਮਨਾਹੀ ਹੈ, ਸ਼ਖਸੀ ਪੂਜਾ ਦੀ ਮਨਾਹੀ ਹੈ, ਔਰ ਉਸੇ ਗ੍ਰੰਥ ਦਾ ਪ੍ਰਕਾਸ਼ ਕੀਤਾ ਹੋਇਆ ਜਿਹਦੇ ਵਿੱਚ ਕਿਹਾ ਹੋਇਆ ਵੀ ਆਹ ਕੰਮ ਨਹੀਂ ਕਰਨੇ, ਔਰ ਉਹੀ ਕੰਮ ਉਸੇ ਕਰ ਰਹੇ ਆ ਇਹ, ਹਨਾ। ਮਤਲਬ ਇਹ ਦੇਖੋ ਇਹ ਸਾਰੀਆਂ ਗੱਲਾਂ ਗੁਰਮਤਿ ਦੇ ਵਿਰੋਧ ਆ। ਕਿਸੇ ਵੇਲੇ ਅਸੀਂ ਇਦਾਂ ਵੀ ਦੇਖਦੇ ਆ, ਮਤਲਬ ਸਾਡੇ ਜਿਹੜੇ ਵੀਰ ਆ ਉਹ ਜਦੋਂ ਇਦਾਂ ਟਕਰਾਅ ਵਾਲੀ ਸਥਿਤੀ ਬਣ ਜਾਂਦੀ ਆ ਫਿਰ ਪੁਲਿਸ ਪ੍ਰਸ਼ਾਸਨ ਆਂਦਾ ਵਿੱਚ, ਹਾਂਜੀ ਹਾਂਜੀ, ਹਨਾ। ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿੱਦਾਂ ਲੈਣਾ ਇਹ ਵੀ ਦੇਖਣ ਦੀ ਗੱਲ ਆ। ਇੱਕ ਦੇਖੋ ਪੁਲਿਸ ਪ੍ਰਸ਼ਾਸਨ ਇਹ ਕੋਈ ਕਾਨੂੰਨੀ ਮਸਲਾ ਨਹੀਂ ਹੈਗਾ ਸਾਡਾ, ਇਹ ਸਾਡਾ ਆਪਣਾ ਮਸਲਾ, ਸਾਡਾ ਕੌਮੀ ਮਸਲਾ ਆ। ਜੇ ਧਰਮ ਦੀ ਵੀ ਗੱਲ ਕਰੀਏ ਸਾਡਾ ਇਹ ਆਪਣਾ ਕੌਮੀ ਮਸਲਾ। ਇਹ ਡੇਰੇ ਸਾਡੇ ਹੀ ਆ ਸਾਰੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਉਹ ਗੁਰੂ ਉਹਦਾ ਮਾਲਕ ਆ ਤੇ ਗੁਰੂ ਦਾ ਗਾਂ ਪੰਥ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਦੇ ਕੇ ਗਏ ਆ, ਠੀਕ ਹੈ ਨਾ। ਇਹ ਜਿਹੜੀਆਂ ਇਹ ਜਾਇਦਾਦਾਂ ਦੀ ਵੀ ਕਿਤੇ ਨਾ ਕਿਤੇ ਇਹ ਲੜਾਈ ਆ, ਉਹਨਾਂ ਦਾ ਵੀ ਕਬਜ਼ਾ ਆ, ਉਹਨਾਂ ਦੀ ਬਲਗਾਣਾ। ਉਹਨਾਂ ਨੇ ਆਪਣੇ ਸਿਆਸੀ ਸੰਬੰਧ ਉਹਨਾਂ ਨੇ ਇੱਦਾਂ ਐਸਟੈਬਲਿਸ਼ ਕੀਤੇ ਹੋਏ ਆ। ਤੁਸੀਂ ਦੇਖੋ ਵੀ ਇੱਥੇ ਅਕਾਲੀ ਵੀ ਉਨੇ ਹੀ ਤਤਪਰ ਆ, ਬੀਜੇਪੀ ਵਾਲੇ ਵੀ ਉਨੇ ਹੀ ਤਤਪਰ ਆ, ਹੋਰ ਪਾਰਟੀਆਂ ਵਾਲੇ ਵੀ ਕਿਹੜੀ ਐਸੀ ਉੱਥੇ ਮਤਲਬ ਵੋਟ ਬੈਂਕ ਆ ਜਾਂ ਕਿਹੜੀ ਐਸੀ ਗੱਲ ਆ ਵੀ ਸਾਰੇ ਬੰਦੇ ਜਿਹੜੇ ਉੱਥੇ ਜਾ ਕੇ ਕੁਫਰ ਤੋਲ ਰਹੇ ਆ। ਅੱਛਾ, ਕਈ ਬੰਦੇ ਇਦਾਂ ਵੀ ਮੈਂ ਦੇਖਦਾ ਹੈਗਾ ਕਿ ਇੱਕ ਸ਼ਰਧਾ ਬਸ ਜਿੱਦਾਂ ਨਾ ਵੀ ਹੋ ਸਕਦਾ ਗਿਆਨ ਦੀ ਘਾਟ ਹੋਵੇ, ਬਾਣੀ ਕਿਉਂਕਿ ਘੱਟ ਪੜ੍ਹਦੇ ਆ ਕਈ ਵਾਰੀ, ਉਹ ਕਈ ਲੋਕ ਸ਼ਰਧਾ ਬਸ ਜਾਂਦੇ ਆ ਵੀ ਸਾਨੂੰ ਅਸੀਂ ਪੁਰਾਤਨ ਡੇਰਾ ਹੈਗਾ ਆ, ਅਸੀਂ ਉੱਥੇ ਸ਼ਰਧਾ ਬਸ ਜਾਂਦੇ ਆ, ਨਤਮਸਤਕ ਹੁੰਦੇ ਆ, ਸਾਨੂੰ ਸਾਡੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਐਦਾਂ ਵੀ ਮੈਨੂੰ ਲੱਗਦਾ ਹੈਗਾ। ਤੇ ਉਸ ਵੇਲੇ ਮੈਂ ਇਹ ਸੋਚਦਾ ਹੈਗਾ ਕਿ ਜਦੋਂ ਤੁਸੀਂ ਇੱਕਦਮ ਜਾ ਕੇ ਕਰੋਗੇ, ਵਿਰੋਧ ਕਰੋਗੇ ਕਿ ਆਪਾਂ ਸਾਰਾ ਕੁਝ ਇੱਥੋਂ ਹਟਾ ਦੇਣਾ ਹੈਗਾ, ਤੇ ਕਈ ਕਹਿਣਗੇ ਯਾਰ ਇੱਕਦਮ ਹੀ ਆ ਗਿਆ ਇਹ। ਮੇਰੇ ਮਨ 'ਚ ਇਹ ਗੱਲ ਘੁੰਮਦੀ ਆ ਵੀ ਕਿਤੇ ਨਾ ਕਿਤੇ ਇੱਦਾਂ ਦੇ ਹਾਲਾਤ ਬਣਨੇ ਚਾਹੀਦੇ ਆ ਕਿ ਉਹਨਾਂ ਨੂੰ ਬਿਠਾਇਆ ਜਾਵੇ ਪਿਆਰ ਦੇ ਨਾਲ, ਇੱਕ ਵਾਰੀ ਬਹਿ ਕੇ ਗੱਲਬਾਤ ਹੋਣੀ ਜ਼ਰੂਰੀ ਆ ਮੈਨੂੰ ਲੱਗਦਾ। ਦੇਖੋ ਇਹ ਗੱਲਬਾਤ ਦਾ ਨਾ ਇਹ ਬਿਲਕੁਲ ਇਹ ਇੱਕੋ ਹੀ ਰਾਹ ਆ ਸਾਡੇ ਕੋਲ, ਗੱਲਬਾਤ ਦਾ ਰਾਹ ਆ ਜੀ। ਮੈਂ ਨਹੀਂ ਕਹਿੰਦਾ ਵੀ ਅਸੀਂ ਸਾਨੂੰ ਇਹਨਾਂ ਕਿਸੇ ਵੀ ਇਹ ਜਿਹੜੇ ਡੇਰਿਆਂ ਦੇ ਮੁਖੀ ਇਹਨਾਂ ਨਾਲ ਟਕਰਾਉਣਾ ਚਾਹੀਦਾ। ਹੁਣ ਸਮਾਂ ਵੀ ਐਨੀ ਗਾ ਜੀ, ਟਕਰਾਉਣ ਦਾ ਕੋਈ ਸਮਾਂ ਨਹੀਂ। ਟਕਰਾਉਣ ਦਾ ਤਾਂ ਉਹ ਆ ਜਿਹੜਾ ਪੰਜਾਬ ਦਾ ਦੁਸ਼ਮਣ ਆ, ਕੌਮ ਦਾ ਦੁਸ਼ਮਣ ਆ, ਅੱਜ ਉਹਨਾਂ ਨਾਲ ਟਕਰਾਉਣ ਦਾ ਸਮਾਂ ਆ। ਅੱਜ ਆਪਣਿਆਂ ਦੇ ਨਾਲ ਟਕਰਾਉਣ ਦਾ ਸਮਾਂ ਨਹੀਂ ਹੈਗਾ। ਹੁਣ ਗੱਲ ਇਹ ਆ ਵੀ ਇਹ ਉਹ ਕਿਹੜਾ ਪਲੇਟਫਾਰਮ ਬਣੇ ਜਿੱਥੇ ਬਹਿ ਕੇ ਇਹ ਸਾਰੀਆਂ ਗੱਲਾਂ ਨੂੰ ਸੈੱਟ ਕੀਤਾ ਜਾਵੇ। ਉਹ ਸੀਗਾ ਅਕਾਲ ਤਖਤ ਸਾਹਿਬ। ਹੁਣ ਅਕਾਲ ਤਖਤ ਸਾਹਿਬ ਦੀ ਮਰਿਆਦਾ ਆ, ਠੀਕ ਹੈ ਨਾ। ਹੁਣ ਜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਆ, ਸਾਰੀ ਕੌਮ ਨੇ ਪ੍ਰਵਾਨ ਕੀਤੀ ਹੋਈ ਆ, ਤੇ ਫਿਰ ਜਥੇਦਾਰ ਜਿਹੜੇ ਆ ਇਹਨਾਂ ਨੇ ਬਾਦਲਾਂ ਦੀਆਂ ਵੋਟਾਂ ਇਕੱਠੀਆਂ ਕਰਨ ਦੇ ਲਈ ਇਹਨਾਂ ਨੇ ਹਰ ਉਸ ਜਗ੍ਹਾ ਤੇ ਗਏ ਆ ਜਿੱਥੇ ਜਿਹੜੀ ਮਰਿਆਦਾ ਸੀਗੀ ਉੱਥੇ ਬਹਾਲ ਨਹੀਂ ਸੀ। ਅਕਾਲ ਤਖਤ ਸਾਹਿਬ ਦੀ ਜੇ ਇਹ ਜਿਹੜੇ ਬਾਦਲਾਂ ਦੇ ਜਥੇਦਾਰ ਆ, ਜੇ ਇਹ ਸ਼ੁਰੂ ਤੋਂ ਹੀ ਇੱਕ ਇਹਨਾਂ ਨੇ ਚੰਗਾ ਸਟੈਂਡ ਰੱਖਿਆ ਹੁੰਦਾ ਵੀ ਇਹ ਮਰਿਆਦਾ ਆ ਤੇ ਅਸੀਂ ਕੇਵਲ ਉੱਥੇ ਜਾਵਾਂਗੇ ਜਿੱਥੇ ਇਹ ਮਰਿਆਦਾ ਬਹਾਲ ਹੋਊਗੀ, ਜਾਂ ਜਿੱਥੇ ਮਰਿਆਦਾ ਬਹਾਲ ਕਰਨ ਦੇ ਲਈ ਕੋਈ ਵਚਨਬੱਧ ਹੋਊਗਾ ਅਸੀਂ ਉੱਥੇ ਜਾਵਾਂਗੇ, ਅਸੀਂ ਹੋਰ ਕਿਸੇ ਜਗ੍ਹਾ ਨਹੀਂ ਜਾਵਾਂਗੇ। ਪਰ ਇਹਨਾਂ ਨੇ ਹਰ ਉਸ ਜਗ੍ਹਾ ਤੇ ਗਏ ਜਿੱਥੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀਗੀਆਂ। ਤੁਸੀਂ ਦੇਖੋ ਵੀ ਇਹ ਮਸਲੇ ਨੂੰ ਉੱਠੇ ਕਿੰਨੇ ਦਿਨ ਹੋ ਗਏ। ਗਿਆਨੀ ਹਰਪ੍ਰੀਤ ਸਿੰਘ ਜਿਹੜਾ ਉੱਥੇ ਬਾਦਲਾਂ ਨੇ ਬਿਠਾਇਓ, ਉਹ ਕੀ ਕਰਦੇ ਪਏ ਆ? ਉਹਨਾਂ ਕਿਹੜੇ ਮਸਲੇ ਤੇ ਬੋਲਣਾ? ਇਸ ਤੋਂ ਵੱਡਾ ਹੋਰ ਮਸਲਾ ਹੋ ਕੀ ਸਕਦਾ? ਜਿਸ ਜਗ੍ਹਾ ਤੇ ਉਹ ਬੈਠੇ ਆ, ਜੇ ਉੱਥੋਂ ਮਤਲਬ ਮੂਰਤੀਆਂ ਚੁਕਾਈਆਂ ਗਈਆਂ ਤੇ ਫਿਰ ਉਹ ਇਹਨਾਂ ਦੇ ਹੱਕ 'ਚ ਕਿੱਦਾਂ ਆ ਸਕਦੇ ਆ? ਤੇ ਉਹਨਾਂ ਨੂੰ ਤਾਂ ਇੱਕ ਕਦਮ ਪਹਿਲਾਂ ਆਉਣਾ ਚਾਹੀਦਾ ਸੀ ਮੋਹਰੇ। ਉਹਨਾਂ ਨੂੰ ਮੋਹਰੇ ਲੱਗ ਕੇ ਕੌਮੀ ਮਸਲੇ ਹੱਲ ਕਰਨੇ ਚਾਹੀਦੇ ਸੀ। ਪਰ ਉਹ ਜਿਹੜੇ ਆ ਉਹ ਬਾਦਲਾਂ ਦੀਆਂ ਵੋਟਾਂ ਬਟੋਰਨ ਲਈ ਉੱਥੇ ਬੈਠੇ ਆ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਨਾ। ਜਿੱਦਾਂ ਇੱਕ ਨਿਹੰਗ ਸਿੰਘ ਜਥੇਬੰਦੀ ਉੱਠ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਉੱਥੇ ਦੀ ਮਰਿਆਦਾ ਬਹਾਲ ਕਰਨ ਜਾਂਦੀ ਆ, ਅੱਜ ਤੁਸੀਂ ਦੱਸੋ ਵੀ ਕਿਹੜੀ ਹੈਗੀ ਜਥੇਬੰਦੀ ਇੱਦਾਂ? ਕੋਈ ਨਿਹੰਗ ਸਿੰਘ ਦੱਸ ਦਿਓ, ਕੋਈ ਟਕਸਾਲੀ ਦੱਸ ਦਿਓ, ਜਾਂ ਕੋਈ ਹੋਰ ਦੱਸ ਦਿਓ
ਵੀ ਜਿਹੜੀ ਮਰਿਆਦਾ ਬਹਾਲ ਕਰਨ ਦੇ ਲਈ ਕੰਮ ਕਰਦੀ ਹੋਵੇ। ਨਹੀਂ ਉਦੋਂ ਜਿਹੜੇ ਹੁਣ ਪਿਛਲੇ ਐਤਵਾਰ ਆਏ ਹੈਗੇ ਆ ਸਤਕਾਰ ਕਮੇਟੀਆਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਵਾਲੇ ਸੀਗੇ ਸਿੰਘ, ਉਹ ਇਸੇ ਕੰਮ ਨੂੰ ਆਏ ਸੀਗੇ ਵੀ ਮਰਿਆਦਾ ਬਹਾਲ। ਮੈਂ ਤੁਹਾਨੂੰ ਦੱਸਦਾ, ਇਹ ਜਿੰਨੇ ਇਹ ਸਿੰਘ ਹੈਗੇ ਆ ਸਤਕਾਰ ਸਭਾ ਵਾਲੇ ਹੈਗੇ ਆ, ਜਾਂ ਉਹਨਾਂ ਦੇ ਨਾਲ ਨਿਹੰਗ ਸਿੰਘ ਜਿਹੜੇ ਹੈਗੇ ਆ ਜਿਨ੍ਹਾਂ ਨੇ ਬਾਣੇ ਪਾਏ ਹੋਏ ਆ ਨਾ, ਉਹ ਸਾਰੇ ਕਿਰਤੀ ਸਿੰਘ ਆ। ਉਹ ਆਮ ਜ਼ਿੰਦਗੀ ਜਿਉਣ ਵਾਲੇ ਸਿੰਘ ਆ। ਜਦੋਂ ਉਹਨਾਂ ਨੂੰ ਕਿਤੇ ਲੱਗ ਜਾਂਦਾ, ਉਹ ਆਪਣੇ ਜਿੱਥੇ ਉਹ ਆਪਣੇ ਮਾਇਆ ਚੋਂ ਦਸਵੰਧ ਕੱਢਦੇ, ਜਿੱਥੇ ਉਹ ਆਪਣੇ ਮਤਲਬ ਆਪਣੇ ਕੰਮਾਂ ਕਾਰਾਂ ਚੋਂ ਸਮਾਂ ਕੱਢ ਕੇ ਉਹ ਇਹ ਸਾਰੇ ਕਾਰਜ ਕਰਦੇ ਆ। ਉਹਨਾਂ ਦੀ ਕਿਤੇ ਨਾ ਨਿੱਜੀ ਜ਼ਿੰਦਗੀ ਤੇ ਕਿਤੇ ਝਾਤ ਮਾਰ ਕੇ ਦੇਖੋ ਵੀ ਉਹ ਕਿੱਦਾਂ ਉਹ ਸਾਰਾ ਸਿਸਟਮ ਚਲਾਉਂਦੇ ਆ। ਤੇ ਇਹ ਸੌਖਾ ਨਹੀਂ ਗੱਲ ਹੁੰਦਾ। ਇੱਕ ਪਾਸੇ ਉਹ ਨੌਜਵਾਨ ਜਿਹੜਾ ਇੱਕ ਬੰਦਾ ਦੁਕਾਨਦਾਰੀ ਕਰਦਾ ਤੇ ਉਹ ਚੋਂ ਸਮਾਨ ਕੱਢ ਕੇ ਟਾਈਮ ਕੱਢ ਕੇ ਸਮਾਂ ਕੱਢ ਕੇ ਉਹ ਕੌਮ ਲਈ ਕੰਮ ਕਰਦਾ। ਇੱਕ ਉਹ ਜਗ੍ਹਾ ਜਿਹਦੇ ਨਾਂ ਤੇ 100 ਕਿੱਲਾ ਜ਼ਮੀਨ ਲਿਖੀ ਹੋਈ ਆ ਤੇ ਜਿਹਦੇ ਕੋਲੋਂ ਲੱਖਾਂ ਕਰੋੜਾਂ ਦਾ ਬਜਟ ਆ ਤੇ ਸਾਰੇ ਕੁਝ ਆ, ਉਹ ਗੁਰਦੁਆਰਿਆਂ 'ਚ ਬੈਠ ਕੇ ਉਹ ਨਜ਼ਾਰੇ ਨਾਲ ਆਰਾਮ ਫਰਮਾੜੇ ਆ। ਕੰਮ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਤੇ ਕੰਮ ਆਮ ਸਿੱਖ ਕਰਨ ਦੇ ਆ। ਇਹ ਸਾਰਾ ਹੀ ਜਿਹੜਾ ਕੁਝ ਹੋਇਆ ਹੈ, ਇਹ ਬਾਦਲਾਂ ਦੀ ਘਟੀਆ ਸਿਆਸਤ ਕਰਕੇ ਸਾਰਾ ਹੀ ਤਾਣਾ ਬਾਣਾ ਜਿਹੜਾ ਇਹ ਉਲਝਿਆ ਆ। ਇਹਨੂੰ ਦਰੁਸਤ ਕਰਨ ਦੀ ਲੋੜ ਆ। ਤੇ ਮੈਂ ਸਾਰੇ ਜਿਹੜਾ ਸੰਤ ਸਮਾਜ ਆ, ਨਿਹੰਗ ਸਿੰਘ ਜਥੇਬੰਦੀਆਂ ਆ, ਜਾਂ ਹੋਰ ਵੀ ਜਿਹੜੇ ਚੰਗੇ ਕੋਈ ਗੁਰਦੁਆਰਾ ਪ੍ਰਬੰਧਕ ਆ, ਉਹਨਾਂ ਨੂੰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਸਾਰੇ ਜਾਣੇ ਰਲ ਮਿਲ ਕੇ ਗੁਰਮਤਿ ਤੇ ਪਹਿਰਾ ਦਈਏ। ਜਿੱਥੇ ਗੁਰਮਤਿ ਦੀ ਬਹਾਲੀ ਨਹੀਂ ਹੈਗੀ, ਉੱਥੇ ਅਸੀਂ ਨਿਮਰਤਾ ਸਹਿਤ ਉਹਨਾਂ ਨੂੰ ਅਸੀਂ ਬੇਨਤੀ ਕਰੀਏ ਵੀ ਗੁਰਮਤਿ ਆਹ ਗੱਲ ਕਹਿੰਦੀ ਆ ਵੀ ਤੁਸੀਂ ਇਹਦੇ ਅਨੁਸਾਰ ਜਿਹੜਾ ਆ ਇੱਥੇ ਪ੍ਰਬੰਧ ਜਿਹੜਾ ਆ ਉਹ ਕਰੋ। ਜੇ ਉਹ ਪ੍ਰਬੰਧ ਨਹੀਂ ਕਰਦੇ ਤੇ ਫਿਰ ਕੌਮ ਦੇ ਵਿੱਚ ਇਹ ਗੱਲ ਜ਼ਰੂਰ ਚੰਗੀ ਤਰ੍ਹਾਂ ਜਿਹੜੀ ਆ ਉਹ ਜਾਣੀ ਚਾਹੀਦੀ ਆ ਵੀ ਆਹ ਡੇਰਾ ਜਾਂ ਆਹ ਸੰਪਰਦਾ ਜਿਹੜੀ ਆ ਗੁਰਮਤਿ ਦੇ ਅਨੁਸਾਰ ਜਿਹੜਾ ਆ ਉਹ ਨਹੀਂ ਚੱਲਦੀ, ਗੁਰਮਤਿ ਦੇ ਵਿਰੁੱਧ ਜਿਹੜੇ ਚੱਲਦੇ ਆ। ਫਿਰ ਪੰਥ ਨੇ, ਕੌਮ ਨੇ ਆਪੇ ਹੀ ਫੈਸਲਾ ਕਰ ਲੈਣਾ ਹੁੰਦਾ ਆ ਵੀ ਉਹਨਾਂ ਨਾਲ ਅਸੀਂ ਕਿੱਦਾਂ ਮਿਲਣਾ ਵਰਤਣਾ ਆ। ਅੱਛਾ, ਜਿਹੜੇ ਹੁਣ ਸਤਕਾਰ ਕਮੇਟੀ ਵਾਲੇ ਜਿਹੜੇ ਇੱਥੇ ਹੁਣ ਆਏ ਸੀਗੇ ਵੀ ਆਪਾਂ ਇੱਥੇ ਮਰਿਆਦਾ ਬਹਾਲ ਕਰਾਉਣੀ ਚਾਹੁੰਦੇ ਆ, ਵੀ ਇੱਥੇ ਗੁਰੂ ਦੀ ਹਜ਼ੂਰੀ 'ਚ ਬੇਅਦਬੀ ਹੋ ਰਹੀ ਹੈ, ਉਹ ਮੈਨੂੰ ਪਤਾ ਲੱਗਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਹੋਏ ਆ। ਹੁਣ ਉਸੇ ਅਕਾਲ ਤਖਤ ਸਾਹਿਬ ਦੇ ਉੱਪਰ ਜਿੱਥੇ ਉਹ ਲੋਕ ਕਾਬਜ਼ ਆ ਜਿਹੜੇ ਇਹਨਾਂ ਮਸਲਿਆਂ ਵੱਲ ਧਿਆਨ ਹੀ ਨਹੀਂ ਦਿੰਦੇ ਹੈਗੇ। ਹਾਂਜੀ, ਤੇ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਫਿਰ? ਉਹ ਤਾਂ ਉਹਨਾਂ ਨੇ ਤਾਂ ਆਪ ਮਸਲੇ ਖੜੇ ਕੀਤੇ ਹੋਏ ਆ। ਦੇਖੋ, ਜਿੱਥੇ ਇੰਨਾ ਸਾਰਾ ਜ਼ੋਰ ਲੱਗ ਰਿਹਾ ਤੇ ਉਹ ਉੱਥੇ ਆਰਾਮ ਨਾਲ ਬੈਠੇ ਆ, ਉਹਨਾਂ ਦੀ ਡਿਊਟੀ ਕੀ ਆ? ਉੱਥੇ ਤੁਹਾਨੂੰ ਦੁਆਰਾਂ 'ਚ ਜਾ ਕੇ ਤਾਂ ਉੱਥੋਂ 50,000 51,000 ਰੁਪਇਆ ਲਿਆਓ। ਨਹੀਂ, ਤੁਹਾਨੂੰ ਲੱਗਦਾ ਕਿ ਤੁਹਾਡੇ ਸਿੰਘਾਂ ਨੂੰ ਉੱਥੇ ਜਾਣਾ ਚਾਹੀਦਾ? ਨਹੀਂ, ਦੇਖੋ, ਇਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਕੋਲ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੀ ਤਾਂ ਖੜੀ ਕੀਤੀ ਬਾਦਲ ਦੇ ਜਥੇਦਾਰਾਂ ਵੱਲੋਂ ਤਾਂ ਖੜੀ ਕੀਤੀ, ਉਹਦੀ ਸਿਆਸਤ ਵੱਲੋਂ ਤਾਂ ਖੜੀ ਕੀਤੀ ਸਮੱਸਿਆ ਆ। ਉਹ ਕਿਉਂ ਹੱਲ ਕਰਨਗੇ? ਜੇ ਉਹ ਕਰਨਗੇ ਵੀ ਤੇ ਉਹ ਆਪਣੇ ਅਨੁਸਾਰ ਕਰਨਗੇ। ਉਸ ਜਥੇਦਾਰ ਦੇ ਹੇਠ 328 ਸਰੂਪ ਜਿਹੜੇ ਲਾਪਤਾ ਹੋ ਗਏ, ਉਹ ਬੰਦਾ ਇਸ ਗੱਲ ਦਾ ਨਹੀਂ ਮਤਲਬ ਕੋਈ ਫੈਸਲਾ ਸਹੀ ਕਰ ਸਕਿਆ, ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕਿਆ। ਕਿੰਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਹੜੇ ਆ ਦੁੱਧ ਪਾਣੀ ਕਰ ਚੁੱਕੇ, ਦੁੱਧ ਪਾਣੀ ਦਾ ਪਾਣੀ ਕਰ ਚੁੱਕੇ ਆ, ਕਿਉਂ ਨਹੀਂ ਉਹਨਾਂ ਤੇ ਐਕਸ਼ਨ ਉਹ ਲੈਂਦੇ? ਠੀਕ ਹੈ ਨਾ। ਇਸ ਕਰਕੇ ਉਹ ਸਾਡੀ ਨਿਗਾਹ 'ਚੋਂ ਇੱਕ ਬਿਲਕੁਲ ਡਿਫਾਲਟ ਆ ਗੱਲ ਇਹ ਮਤਲਬ ਜੇ ਉਹ ਗਏ ਆ, ਇਹ ਮਤਲਬ ਬਹੁਤੀ ਚੰਗੀ ਨਹੀਂ ਗੱਲ। ਭਲਾ ਇੱਥੋਂ ਹੀ ਉਹਨਾਂ ਨੂੰ ਜੇ ਕਹਿਣਾ ਚਾਹੁੰਦੇ ਸੀਗੇ, ਇੱਥੋਂ ਹੀ ਉਹ ਆਪਣੀ ਗੱਲ ਜਿਹੜੀ ਉਹਨਾਂ ਮੁਰੇ ਰੱਖ ਦਿੰਦੇ। ਜਿਹੜੇ ਇਹ ਡੇਰਿਆਂ ਵਾਲੇ ਵੀ ਇਹ ਕਹਿੰਦੇ ਆ ਵੀ ਤੁਸੀਂ ਕੰਪਲੇਂਟ ਕਰੋ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ, ਅਕਾਲ ਤਖਤ ਸਾਹਿਬ 'ਤੇ ਕੰਪਲੇਂਟ ਕਰੋ ਜਾ ਕੇ। ਤੁਸੀਂ ਉੱਥੇ ਕੀਤੀ। ਅਸੀਂ 2500 ਹਜ਼ਾਰਾਂ ਮਸਲਿਆਂ ਦੇ ਵਿੱਚ ਉੱਥੇ ਕੰਪਲੇਂਟਾਂ ਕਰ ਚੁੱਕੇ। ਜਿੱਦਾਂ ਦਾ ਉਹ ਹੱਲ ਕੱਢਦੇ ਆ, ਉਹ ਬਹੁਤ ਮਾੜਾ ਹੱਲ ਹੁੰਦਾ। ਉਹਦੇ ਉੱਤੇ ਕੌਮ ਦੀ ਜਿਹੜੀ ਹੇਠੀ ਹੁੰਦੀ ਆ, ਸਿਰਫ ਤੇ ਸਿਰਫ ਇਹਨਾਂ ਦਾ ਇੱਕ ਵੋਟ ਬੈਲੈਂਸ ਹੀ ਇਹ ਦੇਖਦੇ ਉੱਥੇ, ਹੋਰ ਇਹ ਕੁਝ ਨਹੀਂ ਕਰਦੇ। ਇਸ ਕਰਕੇ ਉੱਥੇ ਬਹੁਤ ਲੰਮੇ ਸਮੇਂ ਤੋਂ ਨਿਰਾਸ਼ਤਾ ਸਾਡੇ ਪੱਲੇ ਪੈ ਰਹੀ ਆ। ਸਾਨੂੰ ਆਪਣੇ ਤੌਰ ਤੇ ਹੀ ਇਹਨੂੰ ਬਹੁਤ ਸਿਰਦਤਾ ਦੇ ਨਾਲ ਜਿਹੜਾ ਆ, ਬਿਨਾਂ ਟਕਰਾਅ ਤੋਂ, ਬਿਨਾਂ ਲੜਾਈ ਤੋਂ ਇਹ ਮਸਲੇ ਸਾਨੂੰ ਆਪ ਹੱਲ ਕਰਨੇ ਚਾਹੀਦੇ ਆ। ਪ੍ਰਸ਼ਾਸਨ ਦੀ ਵੀ ਸਾਨੂੰ ਕੋਈ ਏਡੀ ਲੋੜ ਨਹੀਂ ਇਹਦੇ ਵਿੱਚ ਹੈਗੀ। ਹੁਣ ਉਹਨਾਂ ਨੇ ਸਤਕਾਰ ਕਮੇਟੀ ਵਾਲਿਆਂ ਨੇ ਐਤਵਾਰ ਨੂੰ 10 ਦਿਨ ਦਾ ਸਮਾਂ ਲਿਆ ਸੀਗਾ ਕਿ ਆਪਾਂ 10 ਦਿਨ ਬਾਅਦ, ਨਹੀਂ ਤਾਂ ਫਿਰ 10 ਦਿਨ ਬਾਅਦ। ਤੁਸੀਂ ਕੀ ਸੋਚਦੇ ਹੋ ਵੀ ਸਤਕਾਰ ਕਮੇਟੀਆਂ ਵਾਲੇ ਸਾਰੇ ਸਿੰਘ ਤੇ ਤੁਸੀਂ ਸਾਰੇ ਜਣੇ ਹੁਸ਼ਿਆਰਪੁਰ ਵਾਲੇ ਮਿਲ ਜੁਲ ਕੇ ਤੁਸੀਂ ਕੀ ਸੋਚਦੇ ਹੋ ਵੀ ਇਸ ਮਸਲੇ ਦਾ ਹੱਲ ਕਿੱਦਾਂ ਕੱਢਿਆ ਜਾਵੇ? ਕੁਝ ਪਲਾਨ ਬਣਾਇਆ, ਕੁਝ ਸੋਚਿਆ ਦਿਮਾਗ ਦੇ ਵਿੱਚ? ਹਾਲੇ ਤੱਕ ਸਤਕਾਰ ਕਮੇਟੀ ਵਾਲਿਆਂ ਨੇ ਚਲੋ ਸਾਡੇ ਨਾਲ ਉੱਦਾਂ ਤਾਂ ਗੱਲਬਾਤ ਹੋਈ ਆ, ਪਰ ਕੋਈ ਬੈਠਣ ਦੀ ਜਾਂ ਉਹ ਮਤਲਬ ਇਸ ਤਰੀਕੇ ਦੀ ਕੋਈ ਅਪਰੋਚ ਨਹੀਂ ਹੱਲੇ ਹੋਈ। ਪਰ ਜਿਹੜੇ ਡੇਰੇ ਵਾਲੇ ਆ, ਰੁਪਿੰਦਰ ਦਾਸ ਜੀ, ਉਹਨਾਂ ਨੂੰ ਵੀ ਇਹ
ਉਹਨਾਂ ਨੂੰ ਵੀ ਇੱਕ ਸਟੈਪ ਅੱਗੇ ਆਉਣਾ ਚਾਹੀਦਾ, ਬੈਠ ਕੇ ਮਤਲਬ ਮਸਲਾ, ਜੇ ਸਤਿਕਾਰ ਕਮੇਟੀ ਨੂੰ ਨਹੀਂ ਵੀ ਬਿਠਾਉਣਾ, ਸਾਨੂੰ ਇਹਦੀ ਕੋਈ ਗੱਲ ਨਹੀਂ ਇਦਾਂ ਦੀ ਕਿ ਵੀ ਸਾਨੂੰ ਬਿਠਾਇਆ ਜਾਵੇ ਜਾਂ ਉਹਨਾਂ ਨੂੰ ਬਿਠਾਇਆ ਜਾ, ਉਹਨੂੰ ਨਾ। ਸਾਡਾ ਤਾਂ ਸਿਰਫ ਮਸਲਾ ਇੰਨਾ ਵੀ ਉੱਥੇ ਮਰਿਆਦਾ ਨੂੰ ਬਹਾਲ ਕੀਤਾ ਜਾਵੇ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈਗਾ ਤੇ ਰਹਿਣਾ ਚਾਹੀਦਾ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਾਂ ਉੱਥੇ ਰਹਿਤ ਮਰਿਆਦਾ ਜਿਹੜੀ ਉਹ ਲਾਗੂ ਨਹੀਂ ਹੈ, ਤੇ ਫਿਰ ਉੱਥੇ ਮਹਾਰਾਜ ਦਾ ਪ੍ਰਕਾਸ਼ ਜਿਹੜਾ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਪ੍ਰਕਾਸ਼ ਉੱਥੇ ਬਹਾਲ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਹਰ ਸਿੱਖ ਦੇ ਫਿਰ ਦਿਲ ਨੂੰ ਸੱਟ ਵੱਜਦੀ ਆ, ਤੇ ਫਿਰ ਇਹਦੇ ਨਾਲ ਫਿਰ ਗੱਲਾਂ ਜਿਹੜੀਆਂ ਹੋਰ ਪਾਸੇ ਨੂੰ ਤੁਰ ਜਾਂਦੀਆਂ ਆ। ਉਹਨਾਂ ਨੂੰ ਵੀ ਇਸ ਗੱਲ ਦਾ ਜਿਹੜਾ ਆ ਉਹ ਧਿਆਨ ਰੱਖਣਾ ਚਾਹੀਦਾ ਆ। ਜ਼ਰੂਰ। ਜਾਂਦੇ ਜਾਂਦੇ ਜਿਹੜੇ ਮਹੰਤ ਹੈਗੇ ਨੇ ਉੱਥੇ, ਜਿਹੜੇ ਡੇਰਾ ਮੁਖੀ ਹੈਗੇ ਆ, ਉਹਨਾਂ ਨੂੰ ਦੋ ਕੁ ਗੱਲਾਂ ਸ਼ਾਇਦ, ਕਿਉਂਕਿ ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਭਈ ਕੋਈ ਇਦਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ ਵੀ ਟਕਰਾਅ ਹੋਵੇ, ਹੈ ਨਾ ਜੀ, ਕਿਉਂਕਿ ਕੰਮ ਤੇ ਹੋਰ ਹੀ ਬਹੁਤ ਕਰਨ ਵਾਲੇ ਹੈਗੇ ਆ। ਸ਼ਾਇਦ ਤੁਹਾਡੀ ਕਿਸੇ ਗੱਲ ਦਾ ਉਹਨਾਂ ਦੇ ਉੱਪਰ ਵੀ ਹੋਵੇ ਇਦਾਂ ਵੀ ਚਲੋ ਆਪਾਂ ਲਾਗੇ ਲਾਗੇ ਹੋਈਏ ਦੋ ਕੁ ਲਾਈਨਾਂ 'ਚ। ਦੇਖੋ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ, ਮੈਨੂੰ ਪਤਾ ਉਹਨਾਂ ਦੇ ਬਹੁਤ ਚੰਗੇ ਕਾਰਜ ਵੀ ਆ, ਉਹਨਾਂ ਨੇ ਬਹੁਤ ਸਾਰੇ ਚੰਗੇ ਕਾਰਜ ਕੀਤੇ ਆ, ਅਸੀਂ ਬਿਲਕੁਲ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਤੇ ਜਿੱਥੇ ਉਹ ਇੰਨੇ ਚੰਗੇ ਕਾਰਜ ਕੀਤੇ ਆ, ਉਹ ਵੀ ਪਹਿਲ ਕਦਮੀ ਕਰਨ, ਇਹ ਵੀ ਇੱਕ ਚੰਗਾ ਕਾਰਜ ਜਿਹੜਾ ਆ ਉਹ ਕਰਨ, ਤਾਂ ਕਿ ਇਹ ਗੱਲ ਜਿਹੜੀ ਆ ਰਹਿੰਦੀ ਦੁਨੀਆ ਤੱਕ ਇਹ ਜਿਹੜੀ ਆ ਇਹ ਯਾਦ ਰੱਖੀ ਜਾਵੇ ਵੀ ਪੰਥ ਨੇ ਉਦੋਂ ਇਤਰਾਜ਼ ਜਤਾਇਆ ਸੀਗਾ, ਤੇ ਉਹਨਾਂ ਨੇ ਫਿਰ ਪੰਥ ਨੂੰ ਜਿਹੜਾ ਆ ਉਹ ਅਹਿਮੀਅਤ ਦਿੰਦੇ ਹੋਏ, ਗੁਰਮਤ ਨੂੰ ਅਹਿਮੀਅਤ ਦਿੰਦੇ ਹੋਏ ਉੱਥੇ ਗੁਰਮਰਿਆਦਾ ਬਹਾਲ ਕੀਤੀ ਸੀਗੀ। ਕਿਉਂਕਿ ਦੇਖੋ, ਇਹ ਕਿਸੇ ਵਿਅਕਤੀ ਕਰਕੇ ਨਹੀਂ ਇਹ ਚੀਜ਼ਾਂ ਰਹਿਣੀਆਂ। ਦੇਖੋ, ਅੱਜ ਉਹਨਾਂ ਤੋਂ ਪਹਿਲਾਂ ਵੀ ਉੱਥੇ ਸੀਗੇ ਪ੍ਰਬੰਧਕ, ਉਹਨਾਂ ਤੋਂ ਪਹਿਲਾਂ ਵੀ ਪ੍ਰਬੰਧਕ ਸੀਗੇ, ਉਹ ਵੀ ਆਏ ਤੇ ਚਲ ਗਏ। ਇਹਨਾਂ ਦਾ ਵੀ ਇੱਕ ਸਮਾਂ ਆ, ਗੁਰੂ ਸਾਹਿਬ ਨੇ ਉਹਨਾਂ ਨੂੰ ਜਿੰਨੀ ਆਰਜੂ ਬਖਸ਼ੀ ਆ ਉਹ ਆਪਣੀ ਭੋਗਣ, ਤੇ ਉਹਨਾਂ ਨੇ ਵੀ ਉਸ ਤੋਂ ਬਾਅਦ ਚਲ ਜਾਣਾ। ਪਰ ਜਿਹੜੇ ਇਹ ਕਾਰਜ ਆ ਨਾ ਚੰਗੇ ਕੀਤੇ, ਇਹੀ ਦੁਨੀਆ ਤੇ ਯਾਦ ਰੱਖੇ ਜਾਣੇ ਆ। ਤੇ ਦੂਜੇ ਪਾਸੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਉਹਨਾਂ ਦੇ ਨਾਲ ਖੜੇ ਆ, ਬਹੁਤ ਚੰਗੀ ਗੱਲ ਆ ਉਹਨਾਂ ਦੇ ਨਾਲ ਖੜੇ ਹੋਣ, ਪਰ ਗੁਰਮਤ ਨੂੰ ਜਿਹੜਾ ਆ ਉਹ ਮੱਦੇ ਨਜ਼ਰ ਰੱਖਦੇ ਹੋਏ, ਜਿਹੜੀ ਗੱਲ ਦੇ ਉੱਤੇ ਸਿੱਖੀ ਨੂੰ ਮੱਦੇ ਨਜ਼ਰ ਰੱਖ ਕੇ, ਸਿਧਾਂਤਾਂ ਨੂੰ, ਪੰਥ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਟੈਂਡ ਕਰੀਏ ਤੇ ਉਹਨਾਂ ਉੱਤੇ ਆਪ ਵੀ ਪਹਿਰਾ ਦਈਏ। ਤੇ ਜਿਹੜਾ ਕੋਈ ਸਾਡਾ ਸਾਥੀ ਆ, ਕੋਈ ਪ੍ਰਬੰਧਕ ਆ, ਜੇ ਉੱਥੇ ਕੋਈ ਉਣਤਾਈ ਹੈਗੀ ਆ ਤਾਂ ਉਹਨਾਂ ਨੂੰ ਵੀ ਰਲ ਮਿਲ ਕੇ ਅਸੀਂ ਦੂਰ ਕਰੀਏ। ਜ਼ਰੂਰ। ਵਾਕਈ ਮੈਨੂੰ ਲੱਗਦਾ ਕਿ ਬਹੁਤ ਹੀ ਚੰਗਾ ਲੱਗਾ ਮੈਨੂੰ ਜਿਹੜੀ ਵੀਰ ਹੋਰਾਂ ਨੇ ਆਹ ਗੱਲ ਆਖੀ ਆ ਕਿ ਇੱਥੋਂ ਸਾਰਿਆਂ ਨੇ ਚਲੇ ਜਾਣਾ ਹੈਗਾ, ਪਰ ਸਾਡੇ ਸਾਰਿਆਂ ਦੇ ਇੱਥੋਂ ਜਾਣ ਤੋਂ ਬਾਅਦ ਕਾਸ਼ ਕਿਤੇ ਇੱਦਾਂ ਹੋ ਜਾਵੇ ਕਿ ਮਗਰ ਸਾਨੂੰ ਲੋਕ ਚੇਤੇ ਕਰਨ ਕਿ ਖਾਲਸਾ ਪੰਥ ਨੇ ਕਿਸੇ ਮਨਮਤ ਦੇ ਉੱਪਰ ਇਤਰਾਜ਼ ਕੀਤਾ ਸੀਗਾ, ਔਰ ਉਹਨਾਂ ਡੇਰੇ ਵਾਲਿਆਂ ਨੇ ਉਸ ਗੱਲ ਨੂੰ ਮੰਨਿਆ, ਅੱਗੇ ਹੋ ਕੇ ਮੰਨਿਆ, ਔਰ ਮਰਿਆਦਾ ਉਹਨਾਂ ਨੇ ਬਹਾਲ ਕਰਵਾਈ ਹੈ। ਔਰ ਮੈਂ ਵੀ ਉਮੀਦ ਕਰਦਾ ਕਿ ਕਾਸ਼, ਕਿਉਂਕਿ ਇੱਥੇ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਕਿ ਮਾਹੌਲ ਥੋੜ੍ਹਾ ਜਿਹਾ ਗਰਮਾਵੇ ਤੇ ਇੱਕ ਭੱਠੀ ਜਿਹੀ ਜਿਹੜੀ ਹੈਗੀ ਆ ਉਹ ਤਪੇ, ਤੇ ਫਿਰ ਅਸੀਂ ਉੱਥੇ ਆਪਣੀਆਂ ਆਟਾ ਗੁੰਨ ਕੇ ਤੇ ਰੋਟੀਆਂ ਸੇਕੀਏ। ਸੋ ਆਪਾਂ ਜ਼ਰੂਰ ਚਾਹੁੰਦੇ ਹਾਂ ਕਿ ਕਾਸ਼ ਕਿਤੇ ਇਦਾਂ ਹੋਵੇ, ਇੱਕ ਮਿਸਾਲ ਪੈਦਾ ਹੋਵੇ, ਲੋਕ ਕਹਿ ਸਕਣ, ਸਾਡੇ ਵਰਗੇ ਪੱਤਰਕਾਰ ਵੀ ਕਹਿ ਸਕਣ ਕਿ ਖਾਲਸਾ ਪੰਥ ਨੇ ਗੁਰਮਤ ਦੇ ਮੁਤਾਬਕ ਉੱਥੇ ਇਤਰਾਜ਼ ਜਤਾਇਆ ਸੀਗਾ ਕਿ ਇੱਥੇ ਆਹ ਮਨਮਤ ਹੋ ਰਹੀ ਹੈ, ਔਰ ਕਾਸ਼ ਕਿਤੇ ਦੋਨੋਂ ਹੀ ਤਰ੍ਹਾਂ ਗਲਵੱਕੜੀ ਪਾ ਕੇ ਬੈਠੀਆਂ ਨਜ਼ਰ ਆ ਜਾਣ, ਸਾਨੂੰ ਵੀ ਕਿਤੇ ਮੌਕਾ ਮਿਲੇ ਚੰਗੀ ਖਬਰ ਸੁਣਾਉਣ ਦਾ, ਸਾਨੂੰ ਵੀ ਕਿਤੇ ਚੰਗਾ ਲੱਗੇ ਕਿ ਅਸੀਂ ਦੋਨਾਂ ਧਿਰਾਂ ਨੂੰ ਸਾਹਮਣੇ ਬਹਾ ਕੇ ਇੰਟਰਵਿਊ ਕਰਵਾਈਏ, ਔਰ ਉਧਰੋਂ ਵੀ ਗੱਲ ਇਹ ਆਵੇ ਕਿ ਅਸੀਂ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ ਆਪਣੇ ਉਸ ਡੇਰੇ ਦੇ ਵਿੱਚ ਮਰਿਆਦਾ ਬਹਾਲ ਕਰ ਲਈ ਹੈ। ਬਹੁਤ ਚੰਗਾ ਲੱਗੂਗਾ ਆਪਾਂ ਨੂੰ। ਉਮੀਦ ਕਰਦੇ ਹਾਂ ਕਿ ਇਹ ਚੰਗਾ ਦਿਨ ਸਾਨੂੰ ਦੇਖਣ ਨੂੰ ਮਿਲੂਗਾ। ਉਮੀਦ ਕਰਦੇ ਹਾਂ ਜੀ। ਧੰਨਵਾਦ।